हे प्राणनाथ गोबिंद है, कृपा निधान जगत गुरु। हे संसार ताप हरण है, करुणा मैं सब दुख हरो। हे शरण जोग दयाल है, दीनानाथ मया करो। शरीर स्वस्थ क्षीण समय, सिमरंत नानक राम दामोदर माधव है। तुद आगे अरदास हमारी, जियो पिंड सब तेरा। कहो नानक सब तेरी वडियाई, कोई नाओ न जाने मेरा। मुख उजर है शास्त्र खट, पिंग गिरन चढ़ जाए। अंध लखै बदर सुनै, जाओ काल कृपा कराए। कहा बुद्ध प्रभ तुच्छ हमारी, बरन सकै महिमा जो तिहारी। हम न सकत कर सिफत तुम्हारी, आप लेहो तुम कथा सुधारी। हम न सकत कर सिफत तुम्हारी, आप लेहो तुम कथा सुधारी। सतनाम श्री वाहेगुरु साहिब जी। आसा महला पंजवा। मोह मलन नींद ते छुटकी, कौन अनुग्रह भयो री। महामोहनी तुद न व्यापै, तेरा आलस कहाँ गयो री। मोह मलन नींद ते छुटकी। वाहिगुरु जी का खालसा, वाहिगुरु जी की फतेह। पतित पावन भगत वत्सल, अंतरजामी करुणा निधान गुरु गरीब नवाज, कलयुग के तारनहारे शब्द गुरु
ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਪਾਵਨ ਸ਼ਬਦ ਦੀ ਵਿਚਾਰ ਅੰਦਰ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਉੱਤਮ, ਮੱਧਮ ਤੇ ਕਨਿਸ਼ਟ ਤਿੰਨ ਪ੍ਰਕਾਰ ਦੇ ਸਾਧ ਸੰਗਤ ਜੀ ਬਖਤੇ ਮੰਨੇ ਜਾਂਦੇ ਆ, ਇਸੇ ਤਰ੍ਹਾਂ ਉੱਤਮ, ਮੱਧਮ ਔਰ ਕਨਿਸ਼ਟ ਇਹ ਜੀਵ ਰੂਪ ਸਖੀਆਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਆ ਹੈ। ਸਿੱਖਾਂ ਦੇ ਬੇਨਤੀ ਕਰਨੇ ਤੇ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਿਸ ਢੰਗ ਦੇ ਨਾਲ ਹੋ ਸਕਦੀ ਹੈ, ਕਿਵੇਂ ਉਸ ਪਤੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਜੀਵ ਰੂਪ ਸਖੀਆਂ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਸ਼ ਕੀਤਾ। ਜੋ ਜਗਿਆਸੂ ਰੂਪ ਸਖੀ ਹੈ, ਮਹਾਤਮਾ ਰੂਪ ਸਖੀ ਪਾਸ ਬੇਨਤੀ ਕਰਕੇ ਪੁੱਛਦੀ ਹੈ, ਹੇ ਮਹਾਤਮਾ ਰੂਪ ਸਖੀ, ਜਗਤ ਦੇ ਅੰਦਰ ਅਗਿਆਨਤਾ ਦੀ, ਅਵਿਦਿਆ ਦੀ ਦਲਿੱਦਰਤਾ ਤੇਰੇ ਤੋਂ ਕਿਵੇਂ ਦੂਰ ਹੋਈ ਹੈ। ਇਉਂ ਕਹਿ ਲਈਏ ਕਿ ਕਿਸ ਢੰਗ ਦੇ ਨਾਲ ਤੂੰ ਸ਼ੁੱਧ ਹਿਰਦਾ ਕਰਕੇ ਪ੍ਰਮਾਤਮਾ ਨੂੰ ਪਾਇਆ, ਹਿਰਦੇ ਦੀ ਨਿਰਮਲਤਾਈ ਕਿਸ ਢੰਗ ਦੇ ਨਾਲ ਬਣਾਈ ਹੈ। ਫਿਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਸਨਮੁਖ ਹੋ ਕਰਕੇ ਉਚਾਰਨ ਕੀਤਾ ਕਿ ਹੇ ਜਗਿਆਸੂ ਰੂਪ ਸਖੀ, ਪਰਮੇਸ਼ਰ ਦਾ ਸਿਮਰਨ ਕਰਕੇ ਸ਼ੁਭ ਗੁਣਾ ਰੂਪੀ ਗਹਿਣਿਆਂ ਦੇ ਨਾਲ ਆਪਣੇ ਹਿਰਦੇ ਨੂੰ ਸ਼ਿੰਗਾਰ ਕੇ ਪ੍ਰਮਾਤਮਾ ਨੂੰ ਪ੍ਰਸੰਨ ਕੀਤਾ ਹੈ। ਕਿਉਂਕਿ ਹਜੂਰ ਦੇ ਗੁਰਬਾਣੀ ਅੰਦਰ ਫਰਮਾਨ ਹਨ, ਸ਼ੇਖ ਬ੍ਰਹਮ ਫਰੀਦ ਦੇ ਨਾਲ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਦਾ ਜਦੋਂ ਮਿਲਾਪ ਹੋਇਆ ਤੇ ਕੁਝ ਉਹਨੇ ਸਵਾਲ ਪੁੱਛੇ ਸਨ ਮਹਾਰਾਜ ਸਾਹਿਬ ਜੀ ਨੂੰ। ਕਹਿੰਦੇ ਸੀ, ਮਹਾਰਾਜ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੀ ਕੰਤ। ਉਹ ਮਹਾਰਾਜ ਕਿਹੜੇ ਅੱਖਰ ਹਨ, ਕਿਹੜੇ ਗੁਣ ਹਨ, ਕਿਹੜਾ ਮੰਤਰ ਹੈ, ਜਾਂ ਕਿਹੜਾ ਲਿਬਾਸ ਜਿਸ ਨੂੰ ਆਪਣੇ ਤਨ ਤੇ ਧਾਰਨ ਕਰਾਂ, ਉਹ ਕਿਹੜਾ ਮੰਤਰ ਹੈ ਜਿਸ ਕਰਕੇ ਪਤੀ ਮੇਰੇ ਵਸ ਵਿੱਚ ਆ ਜਾਵੇ, ਪਰਮਾਤਮਾ ਨੂੰ ਮੈਂ ਆਪਣੇ ਵਸ ਵਿੱਚ ਕਰ ਲਵਾਂ। ਹਜੂਰ ਨੇ ਜਵਾਬ ਦਿੱਤਾ ਸੀ, ਨਿਵਣ ਸੋ ਅੱਖਰ ਖਾਵਣ ਗੁਣ, ਜਿਹਬਾ ਮਣੀਆ ਮੰਤ। ਨਿਮਰਤਾਵਾਨ ਹੋ ਕੇ ਜੀਵਨ ਨਿਰਵਾਹ ਕਰਨਾ। ਖਾਵਣ ਕਹਿੰਦੇ ਨੇ ਕਿਸੇ ਦੇ ਕਠੋਰ ਬਚਨਾਂ ਨੂੰ ਸਹਾਰ ਲੈਣਾ, ਤੇ ਰਸਨਾ ਤੋਂ ਜਿਹੜੇ ਮਿੱਠੇ ਬੋਲ ਬੋਲਣੇ, ਇਹ ਕਹਿੰਦੇ ਇਹ ਮੰਤਰ ਹੈ ਪ੍ਰਮਾਤਮਾ ਨੂੰ ਵਸ ਵਿੱਚ ਕਰਨੇ ਦਾ, ਪਤੀ ਨੂੰ ਵਸ ਵਿੱਚ ਕਰਨੇ ਦਾ ਇਹ ਮੰਤਰ ਹੈ। ਇਹ ਦੁਨੀਆ ਸੰਸਾਰ ਦੇ ਅੰਦਰ ਜਿਹੜੇ ਐਸੇ ਸ਼ੁਭ ਗੁਣ ਹਨ, ਇਹਨਾਂ ਨੂੰ ਧਾਰਨ ਕਰਨੇ ਕਰਕੇ ਸੰਸਾਰ ਦਾ ਪਤੀ ਤਾਂ ਕੀ, ਸਾਰੀ ਸ੍ਰਿਸ਼ਟੀ ਦਾ ਮਾਲਕ ਪਤੀ ਪਰਮੇਸ਼ਰ ਵਸ ਵਿੱਚ ਆ ਜਾਂਦਾ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ ਕਿ ਐਸੇ ਜਿਨ੍ਹਾਂ ਨੇ ਸ਼ੁਭ ਗੁਣਾਂ ਦੇ ਨਾਲ ਆਪਣੇ ਹਿਰਦੇ ਨੂੰ ਸ਼ਿੰਗਾਰਿਆ, ਉਹ ਜੀਵ ਰੂਪ ਸਖੀਆਂ ਸੁਹਾਗਵਤੀਆਂ ਹੋ ਗਈਆਂ। ਭਾਵ ਉਹ ਗੁਰਮੁਖ ਜਨ ਪਰਮੇਸ਼ਰ ਅਕਾਲ ਪੁਰਖ ਜੀ ਦੀ ਅਭੇਦਤਾ ਪਾ ਲਈ ਹੈ। ਉਹਨਾਂ ਗੁਰਮੁਖਾਂ ਨੇ ਪ੍ਰਮਾਤਮਾ ਦੀ ਅਭੇਦਤਾ ਪਾ ਲਈ ਹੈ, ਜਿਨ੍ਹਾਂ ਨੇ ਸ਼ੁਭ ਗੁਣਾਂ ਦੇ ਨਾਲ ਆਪਣੇ ਹਿਰਦੇ ਨੂੰ ਸ਼ਿੰਗਾਰਿਆ ਹੈ। ਜਿਹੜੇ ਪ੍ਰਤੱਖ ਗਹਿਣੇ ਹਨ, ਇਹਨਾਂ ਦੇ ਨਾਲ ਤਨ ਦੀ ਸੁੰਦਰਤਾ ਬਣਦੀ ਹੈ, ਤਨ ਨੂੰ ਸ਼ਿੰਗਾਰਿਆ ਜਾਂਦਾ ਹੈ। ਪਰ ਸ਼ੁਭ ਗੁਣਾ ਰੂਪੀ ਗਹਿਣਿਆਂ ਦੇ ਨਾਲ ਹਿਰਦੇ ਨੂੰ ਸ਼ਿੰਗਾਰਿਆ ਜਾਂਦਾ ਹੈ।
ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਆਓ ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਮੋਹ ਮਾਲਨ ਨੀਂਦ ਤੇ ਛੁਟਕੀ। ਆਸਾ ਰਾਗ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹੈ। ਜਗਿਆਸੂ ਰੂਪ ਸਖੀ ਦੁਆਰਾ ਮਹਾਤਮਾ ਰੂਪ ਸਖੀ ਪਾਸ ਬੇਨਤੀ ਕਰਦੇ ਹੈ ਕਿ ਇਹ ਮਹਾਤਮਾ ਰੂਪ ਸਖੀ, ਇਸ ਸੰਸਾਰ ਦੀ ਜਿਹੜੀ ਮੋਹ ਦੀ ਮਲੀਨਤਾ ਭਾਵ ਮੈਲ ਹੈ, ਇਹ ਕਿਵੇਂ ਛੁੱਟੀ ਹੈ ਤੇਰੇ ਤੋਂ। ਕਿਉਂਕਿ ਮੋਹ ਦਾ ਜੰਜਾਲ ਸਾਧ ਸੰਗਤ ਜੀ ਛੱਡਣਾ ਬੜਾ ਔਖਾ ਹੈ। ਸਰੀਰਾਂ ਦਾ ਹਰ ਸਮੇਂ ਮੋਹ ਬਣਿਆ ਰਹਿੰਦਾ ਹੈ। ਪਦਾਰਥਾਂ ਦੀ ਮਮਤਾ ਮੇਰ ਤੇਰ ਬਣੀ ਰਹਿੰਦੀ ਹੈ। ਇਹਨਾਂ ਤੋਂ ਛੁੱਟਣਾ ਬੜਾ ਔਖਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦਾ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਬਚਨ ਆਉਂਦਾ ਨਾ, ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ। ਗਣ ਗੰਧਰਵ ਦੇਵ ਮਾਨੁਖਯੰ ਪਸ ਪੰਖੀ ਵਿਮੋਹਨ ਹੈ। ਇਕੱਲੇ ਮਨੁੱਖ ਨਹੀਂ, ਦੇਵੀ ਦੇਵਤੇ ਵੀ, ਪਸ਼ੂ ਪਰਿੰਦੇ ਵੀ, ਜਿੰਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਪੈਦਾ ਕੀਤੇ ਹਨ, ਸਭ ਮੋਹ ਦੇ ਬੱਝੇ ਹੋਏ ਸੰਸਾਰ ਅੰਦਰ ਬਾਰ-ਬਾਰ ਜਨਮ ਧਾਰਨ ਕਰ ਰਹੇ ਹੈ। ਤੇ ਮਹਾਰਾਜ ਇਹਦੇ ਤੋਂ ਬਚਿਆ ਕੌਣ ਹੈ? ਸਤਿਗੁਰੂ ਜੀ ਨੇ ਉਚਾਰਨ ਕੀਤਾ, ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਰ ਹੈ। ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਧਾਰਨ ਕੀਤੀ ਹੈ, ਇੱਕ ਚਿੱਤ ਹੋ ਕੇ, ਹਿਰਦੇ ਹੋ ਕੇ ਪ੍ਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਨੇ ਮੋਹ ਰੂਪੀ ਜੰਜਾਲ ਤੋਂ ਬਚ ਕੇ ਪ੍ਰਮਾਤਮਾ ਨੂੰ ਪਾਇਆ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਹਜੂਰ ਫਰਮਾਉਂਦੇ ਹੈ, ਮੋਹ ਮਲਨ ਨੀਂਦ ਤੇ ਛੁਟਕੀ। ਮੋਹ ਦੀ ਮਲਨ ਮਲੀਨਤਾ ਤੇ ਜਿਹੜੀ ਅਵਿਦਿਆ ਰੂਪ ਨੀਂਦਰਾ ਹੈ, ਜਿਸ ਅਵਿਦਿਆ ਅਗਿਆਨ ਦੀ ਨੀਂਦਰਾ ਵੀ ਸੁੱਤਾ ਹੋਇਆ ਮਨੁੱਖ ਜ਼ਿੰਦਗੀ ਪਰ ਉੱਠਦਾ ਨਹੀਂ ਹੈ, ਜਾਗਰਤ ਅਵਸਥਾ ਵਿੱਚ ਨਹੀਂ ਆ ਸਕਦਾ। ਪ੍ਰਤੱਖ ਨੀਂਦ ਆਵੇ ਤੇ ਸਾਧ ਸੰਗਤ ਜੀ ਉਹ ਥੋੜੇ ਸਮੇਂ ਬਾਅਦ, ਕੁਝ ਸਮੇਂ ਬਾਅਦ ਉੱਠ ਪੈਂਦਾ ਹੈ। ਪਰ ਅਵਿਦਿਆ ਦੀ ਗਾਫਲਤਾ ਵਿੱਚ ਸੁੱਤਾ ਹੋਇਆ ਮਨੁੱਖ ਜ਼ਿੰਦਗੀ ਭਰ ਉੱਠਦਾ ਨਹੀਂ ਹੈ। ਪਤਾ ਨਹੀਂ ਲੱਗਦਾ ਜਿਹੜੀ ਜ਼ਿੰਦਗੀ ਦੀ ਅਵਸਥਾ ਰੂਪ ਰਹਿਣ ਕਿਹੜੇ ਸਮੇਂ ਬਤੀਤ ਹੋ ਜਾਂਦੀ ਹੈ। ਪਤਾ ਨਹੀਂ ਲੱਗਦਾ ਜੀਵਨ ਕਿਸ ਵੇਲੇ ਲੰਘ ਗਿਆ। ਜਦੋਂ ਜੀਵ ਦਾ ਅੰਤ ਸਮਾਂ ਆਉਂਦਾ ਫਿਰ ਪਛਤਾਵਾ ਕਰਦਾ ਹੈ। ਇਉਂ ਪ੍ਰਤੀਤ ਹੁੰਦਾ ਕਿ ਜਿਵੇਂ ਹੁਣੇ ਹੀ ਸੰਸਾਰ ਦੇ ਵਿੱਚ ਆਇਆ ਸਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਮੋਹ ਮਲਨ ਨੀਂਦ ਤੇ ਛੁਟਕੀ। ਅਵਿਦਿਆ ਦੀ ਨੀਂਦਰਾ ਤੇ ਮੋਹ ਦੀ ਮੈਲ, ਹੇ ਮਹਾਤਮਾ ਰੂਪ ਸਖੀ ਤੇਰੀ ਕਿਵੇਂ ਛੁੱਟਣਾ ਕੀਤੀ ਹੈ। ਕੌਣ ਅਨੁਗ੍ਰਹ ਭਇਓ ਰੀ। ਅਨੁਗ੍ਰਹ ਨਾਮ ਕਿਰਪਾ ਦਾ ਹੈ, ਬਖਸ਼ਿਸ਼ ਦਾ ਹੈ। ਕੌਣ, ਕਿਹੜੀ ਕਿਰਪਾ ਹੋਈ ਤੇਰੇ ਤੇ। ਹੇ ਮਹਾਤਮਾ ਰੂਪ ਸਖੀ ਸਾਨੂੰ ਦੱਸ, ਕਿਹੜੀ ਤੂੰ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਕਿਸ ਤੋਂ ਕਿਰਪਾ ਪ੍ਰਾਪਤ ਕੀਤੀ ਹੈ, ਕਿਹੜੀ ਬਖਸ਼ਿਸ਼ ਦੁਆਰਾ ਤੂੰ ਇਹ ਅਵਿਦਿਆ ਰੂਪ ਨੀਂਦਰਾ ਤੋਂ ਛੁੱਟ ਗਈ ਹੈ। ਮੋਹ ਦੀ ਮੈਲ ਵੀ ਤੇਰੀ ਲਹਿ ਗਈ ਹੈ। ਕਿਸ ਢੰਗ ਦੇ ਨਾਲ ਇਹ ਕਿਰਪਾ ਪ੍ਰਾਪਤ ਕੀਤੀ ਹੈ। ਮਹਾ ਮੋਹਨੀ ਤੁਧ ਨਾ ਵਿਆਪੈ। ਕਿ ਜਿਹੜੀ ਮਹਾਨ ਮੋਹਣੀ ਮਨ ਨੂੰ ਮੋਹ ਲੈਣ ਵਾਲੀ ਮਾਇਆ, ਜਿਸ ਨੇ ਸੰਸਾਰ ਭਰ ਦੇ ਸਭ ਜੀਵਾਂ ਨੂੰ ਮੋਹਿਤ ਕੀਤਾ ਹੋਇਆ। ਮਾਇਆ ਐਸੀ ਮੋਹਨੀ ਪਾਈ, ਜੇਤੇ ਜੀਅ ਤੇਤੇ ਡਹਕਾਈ। ਮਹਾਰਾਜ ਦੇ ਬਚਨ ਆਉਂਦੇ ਆ ਨਾ, ਸਰਪਨੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਾਲੀਆ। ਇਸ ਸੰਸਾਰ ਭਰ ਦੇ ਦੇਵੀ ਸ਼ਕਤੀਆਂ ਵਿੱਚ ਜਿਸ ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਨੇ ਮੋਹ ਕਰਕੇ ਆਪਣੇ ਅਧੀਨ ਕਰ ਲਏ ਹਨ। ਹੇ ਮਹਾਤਮਾ ਰੂਪ ਸਖੀ, ਕਿਹੜੀ ਬਖਸ਼ਿਸ਼ ਪ੍ਰਾਪਤ ਕੀਤੀ ਜਿਸ ਕਰਕੇ ਮਹਾ ਮੋਹਨੀ ਤੁਧ ਨਾ ਵਿਆਪੈ। ਮਹਾਨ ਪ੍ਰਬਲ ਬਲ ਵਾਲੀ, ਮਹਾਨ ਸ਼ਕਤੀਸ਼ਾਲੀ ਇਹ ਮਨ ਨੂੰ ਮੋਹ ਲੈਣ ਵਾਲੀ
ਤੈਨੂੰ ਵਿਆਪੀ ਨਹੀਂ, ਭਾਵ ਤੇਰੇ ਤੇ ਇਹਦਾ ਪ੍ਰਭਾਵ ਨਹੀਂ ਪਿਆ, ਤੇਰੇ ਤੇ ਇਹਦਾ ਕੋਈ ਚਾਰਾ ਨਹੀਂ ਚੱਲਿਆ, ਤੇਰੇ ਤੇ ਬਲ ਨਹੀਂ ਇਹਦਾ ਪੈ ਸਕਿਆ। ਇਹ ਕਿਸ ਢੰਗ ਦੇ ਨਾਲ ਕਿਹੜੀ ਬਖਸ਼ਿਸ਼ ਪ੍ਰਾਪਤ ਕੀਤੀ ਹੈ? ਤੇਰਾ ਆਲਸ ਕਹਾ ਗਇਓ ਰੀ। ਤੇ ਜਿਹੜਾ ਹਰ ਸਮੇਂ ਆਲਸ ਬਣਿਆ ਰਹਿੰਦਾ ਸੀ ਪ੍ਰਮਾਤਮਾ ਨੂੰ ਯਾਦ ਕਰਨੇ ਦਾ, ਵਾਹਿਗੁਰੂ ਦੀ ਬੰਦਗੀ ਕਰਨੇ ਦਾ, ਖੁਦਾ ਦੀ ਇਬਾਦਤ ਕਰਨੇ ਦਾ ਹਰ ਸਮੇਂ ਆਲਸ ਦਿਲਿੱਦਰ ਹੀ ਪਿਆ ਰਹਿੰਦਾ ਸੀ, ਤੇਰਾ ਆਲਸ ਇਹ ਕਿੱਥੋਂ ਕਿਵੇਂ ਦੂਰ ਹੋਵਣਾ ਕੀਤਾ? ਕਿਹੜਾ ਢੰਗ, ਕਿਹੜਾ ਤਰੀਕਾ ਜੀਵਨ ਦੇ ਵਿੱਚ ਧਾਰਿਆ ਹੈ, ਔਰ ਕਿਸ ਢੰਗ ਦੇ ਨਾਲ ਤੇਰਾ ਆਲਸ ਦੂਰ ਹੋਇਆ? ਅਵਿਦਿਆ, ਫਿਰ ਸੰਸਾਰ ਦੀ ਮੋਹ ਮਮਤਾ ਦੀ ਮੈਲ ਕਿਵੇਂ ਦੂਰ ਹੋਵਣਾ ਕੀਤੀ ਹੈ? ਇਹ ਪਹਿਲਾ ਸਾਧ ਸੰਗਤ ਜੀ ਜੋ ਜਗਿਆਸੂ ਰੂਪ ਸਖੀ ਪੁੱਛ ਰਹੀ ਸਵਾਲ ਕਰਕੇ, ਮਹਾਤਮਾ ਨੂੰ ਸਖੀ ਦੇ ਪਾਸ ਬੇਨਤੀ ਕਰਕੇ ਪੁੱਛ ਰਹੀ, ਤੇਰਾ ਆਲਸ ਕਹਾਂ ਗਇਓ ਰੀ? ਇਹ ਆਲਸ ਕਿਵੇਂ ਦੂਰ ਹੋਵਣਾ ਕੀਤਾ? ਕਿਉਂਕਿ ਜਦੋਂ ਤੱਕ ਮਨੁੱਖ ਆਲਸੀ ਬਣ ਕੇ ਰਹਿੰਦਾ ਪ੍ਰਮਾਤਮਾ ਦੀ ਬੰਦਗੀ ਨਹੀਂ ਕਰ ਸਕਦਾ। ਹਰ ਸਮੇਂ ਆਲਸ ਦੇ ਅਧੀਨ ਹੋ ਕਰਕੇ ਰਹਿਣਾ, ਨਾ ਅੰਮ੍ਰਿਤ ਵੇਲੇ ਉੱਠਣਾ, ਨਾ ਇਸ਼ਨਾਨ ਪਾਨ ਕਰਨਾ, ਨਾ ਨਿਤਨੇਮ ਕਰਨਾ, ਕੇਵਲ ਸੰਸਾਰ ਦੇ ਧਨ ਪਦਾਰਥ ਇਕੱਤਰਤਾ ਕਰਨ ਦੇ ਵਿੱਚ ਲੱਗੇ ਰਹਿਣਾ, ਔਰ ਇਸ ਪ੍ਰਕਾਰ ਕੇਵਲ ਛਕ ਲਿਆ, ਲੰਗਰ ਪ੍ਰਸ਼ਾਦ ਛਕ ਕਰਕੇ, ਪਦਾਰਥ ਪਕਵਾਨ ਛਕ ਕਰਕੇ ਸੌਂ ਲਿਆ, ਗੱਲਾਂ ਬਾਤਾਂ ਕਰ ਲਈਆਂ। ਪਰਮਾਤਮਾ ਦੀ ਬੰਦਗੀ ਕਰਨੇ ਤੋਂ, ਸਤ ਸੰਗਤ ਵਿੱਚ ਜੁੜਨੇ ਤੋਂ ਬੜਾ ਆਲਸੀ ਬਣ ਕੇ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ, ਤੇਰਾ ਆਲਸ ਕਹਾ ਗਇਓ ਰੀ? ਹੇ ਮਹਾਤਮਾ ਰੂਪ ਸਖੀ, ਤੇਰਾ ਆਲਸ ਕਿਵੇਂ ਦੂਰ ਹੋਵਣਾ ਕੀਤਾ? ਕਿੱਥੇ ਚਲਾ ਗਿਆ ਹੈ? ਰਹਾਉ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਕਾਮ ਕ੍ਰੋਧ ਅਹੰਕਾਰ ਗਾਖਰੋ। ਫਿਰ ਜਿਹੜੇ ਪ੍ਰਬਲ ਵਿਕਾਰ ਹਨ, ਗਾਖਰੋ ਕਹੀਏ ਕਿ ਕਠਿਨ, ਬੜੇ ਦੁੱਤਰ ਹੈ। ਜਿਹੜਾ ਮੰਦੀ ਵਾਸ਼ਨਾ ਨੂੰ ਮਨ ਵਿੱਚ ਧਾਰਨ ਕਰਕੇ ਰੱਖਣਾ, ਮਨ ਦੀ ਨਿਗਾਹ ਦੇ ਨਾਲ ਸੰਸਾਰ ਨੂੰ ਤੱਕਣਾ ਤੇ ਕ੍ਰੋਧ ਤੀਕਸ਼ਣ ਬਿਰਤੀ ਬਣਾ ਕਰਕੇ ਰੱਖਣੀ, ਹਰ ਸਮੇਂ ਮਨ ਦੇ ਵਿੱਚ ਕ੍ਰੋਧ ਦੀ ਧਾਰਨ ਕਰਕੇ ਰੱਖਣਾ, ਕਦੇ ਵੀ ਨਿਮਰਤਾਵਾਨ ਨਾ ਹੋਣਾ, ਹਰ ਸਮੇਂ ਕ੍ਰੋਧੀ ਬਣ ਕੇ ਰਹਿਣਾ, ਤੇ ਹੰਕਾਰ ਕਦੇ ਵੀ ਛੱਡਣਾ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਕਾਮ ਕ੍ਰੋਧ ਅਹੰਕਾਰ ਗਾਖਰੋ। ਹੇ ਮਹਾਤਮਾ ਰੂਪ ਸਖੀ, ਇਹ ਜਿਹੜੇ ਪ੍ਰਬਲ ਵਿਕਾਰ ਹੈ, ਇਹਨਾਂ ਨੂੰ ਛੱਡਣਾ ਬੜਾ ਗਾਖਰੋ, ਬਹੁਤਾ ਕਠਿਨ ਹੈ। ਸੰਜਮ ਕੌਣ ਛੁਟਿਓ ਰੀ। ਪਰ ਹੇ ਮਹਾਤਮਾ ਰੂਪ ਸਖੀ, ਦੱਸ ਤਾਂ ਸਹੀ, ਕਿਹੜੇ ਸੰਜਮ ਕਰਕੇ, ਕਿਹੜੇ ਨੇਮ ਧਾਰਨ ਕਰਨੇ ਕਰਕੇ ਤੇਰੇ ਪ੍ਰਬਲ ਵਿਕਾਰ ਛੁੱਟ ਗਏ ਹੈ? ਇਹਨਾਂ ਤੋਂ ਖਹਿੜਾ ਛਡਾਉਣਾ ਕੋਈ ਸੌਖੀ ਗੱਲ ਥੋੜਾ, ਬੜਾ ਔਖਾ ਹੈ। ਇਹਨਾਂ ਪੰਜਾਂ ਵਿਕਾਰਾਂ ਨੇ, ਔਗੁਣਾਂ ਨੇ ਬੜੇ ਵੱਡੇ ਰਿਖੀਆਂ ਮੁਨੀਆਂ ਤਪਸਵੀਆਂ ਦੇ ਵੀ ਗੋਡੇ ਟਿਕਾ ਦਿੱਤੇ ਹੈ। ਮਹਾਰਾਜ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਨਾ ਕਿ ਉਹ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਪੂਰਾ ਹੈ, ਉੱਚੇ ਸੁੱਚੇ ਜੀਵਨ ਵਾਲਾ ਹੈ, ਜਿਸ ਨੇ ਇਹਨਾਂ ਪੰਜਾਂ ਵਿਕਾਰਾਂ ਨੂੰ ਜਿੱਤ ਲਿਆ ਹੈ। ਕਿਹੜਾ ਹੈ ਸੰਸਾਰ ਦੇ ਅੰਦਰ ਐਸੋ ਕੌਣ ਬਲੀ ਰੇ? ਕਿਹੜਾ ਐਸਾ ਬਲਵਾਨ ਵਾਲਾ ਕਲਯੁਗ ਦੇ ਭਿਆਨਕ ਸਮੇਂ ਅੰਦਰ ਬਲ ਵਾਲਾ ਹੈ? ਜਿਨ ਪੰਜ ਮਾਰ ਬਿਦਾਦ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਇਹ ਕਲਯੁਗ ਦੇ ਭਿਆਨਕ ਸਮੇਂ ਅੰਦਰ ਉਹ ਪੂਰੇ ਜੀਵਨ ਵਾਲਾ ਹੈ, ਉਹ ਪੂਰੇ ਪ੍ਰਮਾਤਮਾ ਦੇ ਨਾਲ ਹਿਰਦੇ ਹੋ ਕਰਕੇ ਜੁੜਿਆ ਹੋਇਆ ਹੈ, ਜਿਸ ਨੇ ਇਹਨਾਂ ਪੰਜਾਂ ਵਿਕਾਰਾਂ ਤੇ ਫਤਿਹ ਪ੍ਰਾਪਤ ਕਰ ਲਈ ਹੈ। ਹਜੂਰ ਬਖਸ਼ਿਸ਼ ਕਰ ਰਹੇ ਹੈ, ਸੰਜਮ ਕੌਣ ਛੁਟਿਓ ਰੀ। ਹੇ ਮਹਾਤਮਾ ਰੂਪ ਸਖੀ, ਇਹ ਪੰਜ ਵਿਕਾਰ ਕਿਹੜੇ ਸੰਜਮ ਕਰਕੇ, ਕਿਹੜੇ ਨੇਮ ਧਾਰਨ ਕਰਨੇ ਕਰਕੇ, ਕਿਹੜੇ ਨਿਯਮ ਦੇ ਨਾਲ ਇਹਨਾਂ ਪੰਜਾਂ ਵਿਕਾਰਾਂ ਤੋਂ ਖਹਿੜਾ ਛੁਡਾਇਆ ਹੈ। ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ। ਕਿਉਂਕਿ ਜਿਹੜੇ ਸੁਰ ਨਰ ਦੇਵਤਿਆਂ ਵਰਗੇ ਜਿਹੜੇ ਮਨੁੱਖ ਹਨ, ਭੋਲੇ ਭਾਲੇ ਸੁਭਾਅ ਵਾਲੇ, ਤੇ ਦੇਵ ਜਿਹੜੇ ਦੇਵਤੇ ਹਨ, 33 ਕਰੋੜ ਦੇਵਤੇ ਹੈ, ਫਿਰ ਅਸੁਰ ਦੈਂਤ ਤ੍ਰੈ ਗੁਨੀਆ, ਤਿੰਨਾਂ ਗੁਣਾਂ ਵਿੱਚ ਵਰਤਣ ਵਾਲੇ ਜਿੰਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਹਨ, ਜਿੰਨੇ ਵੀ ਸੰਸਾਰ ਦੇ ਜੀਵ ਹਨ, ਫਿਰ ਭਾਵੇਂ ਦੇਵੀ ਦੇਵਤੇ ਹੈ, ਚਾਹੇ ਦੈਂਤ ਚਾਹੇ ਰਾਖਸ਼ ਹਨ। ਸਗਲੋ ਭਵਨ ਲੁਟਿਓ ਰੀ। ਹੇ ਮਹਾਤਮਾ ਰੂਪ ਸਖੀ, ਜਿੰਨੇ ਵੀ ਸੰਸਾਰ ਦੇ ਇਹ ਦੈਵੀ ਸ਼ਕਤੀਆਂ ਹਨ, ਤਿੰਨਾਂ ਗੁਣਾਂ ਵਿੱਚ ਵਰਤਣ ਵਾਲੇ ਜੀਵ ਜੰਤੂ ਹਨ, ਸਾਰੇ ਦੇ ਸਾਰੇ ਇਹਨਾਂ ਵਿਕਾਰਾਂ ਰੂਪੀ ਲੁਟੇਰਿਆਂ ਨੇ ਲੁੱਟ ਲਏ ਹੈ, ਸਭ ਨੂੰ ਆਪਣੇ ਅਧੀਨ ਕਰ ਲਿਆ ਹੈ।
ਕੋਈ ਸੰਸਾਰ ਦੇ ਅੰਦਰ ਹੈ ਜਿਹੜਾ ਇਹਨਾਂ ਤੋਂ ਬਚਿਆ ਹੋਵੇ? ਮਹਾਰਾਜ ਹਜੂਰ ਕਹਿੰਦੇ ਹਨ, ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ, ਸਗਲੋ ਭਵਨ ਲੁੱਟਿਓ ਰੇ। ਸਾਰੇ ਸੰਸਾਰ ਰੂਪੀ ਭਵਨ ਜਿਹੜੇ ਇਹਨਾਂ ਨੇ ਲੁੱਟ ਲਏ ਹੈ, ਸਭ ਥਾਵਾਂ ਤੇ ਇਹਨਾਂ ਨੇ ਆਪਣਾ ਪ੍ਰਭਾਵ ਕਰਕੇ ਸਭ ਨੂੰ ਆਪਣੇ ਅਧੀਨ ਕੀਤਾ ਹੈ। ਦਾਵਾ ਅਗਨ ਬਹੁਤ ਤ੍ਰਣ ਜਾਲੇ। ਜਿਹੜੀ ਦਾਵਾ ਅਗਨ ਹੈ ਨਾ, ਜਿਸ ਨੂੰ ਜੰਗਲ ਦੀ ਅਗਨੀ ਅੱਗ ਕਿਹਾ ਜਾਂਦਾ ਹੈ। ਜਿਵੇਂ ਬੜਵਾ ਨਾਲ ਅਗਲੀ ਹੁੰਦੀ ਹੈ, ਸਮੁੰਦਰ ਦੇ ਵਿੱਚ ਹੁੰਦੀ ਹੈ, ਔਰ ਇਸੇ ਤਰ੍ਹਾਂ ਚੁੱਲ੍ਹੇ ਦੀ ਅੱਗ ਹੈ ਸਾਧ ਸੰਗਤ ਜੀ। ਤੇ ਫਿਰ ਜਿਹੜੀ ਦਾਵਾ ਅਗਨ ਭਾਵ ਜੰਗਲ ਦੀ ਬੜੀ ਭਿਆਨਕ ਅੱਗ ਹੈ। ਦਾਵਾ ਅਗਨ ਬਹੁਤ ਤ੍ਰਿਣ ਜਾਲੇ। ਜਿਵੇਂ ਜੰਗਲ ਵਿੱਚ ਅੱਗ ਲੱਗੀ ਹੋਵੇ ਤੇ ਤ੍ਰਿਣ ਕਹਿੰਦੇ ਘਾਹ ਨੂੰ। ਘਾਹ ਬੂਟ ਰੁੱਖ ਜਿਹੜੇ ਹੁੰਦੇ ਸਾਰੇ ਸੜ ਜਾਂਦੇ ਆ, ਪਰ ਕੋਈ ਵਿਰਲੇ ਰੁੱਖ ਦਾ ਬਚਾਅ ਹੁੰਦਾ ਜਿਹੜਾ ਸਾਧ ਸੰਗਤ ਜੀ ਨਦੀ ਦੇ ਕਿਨਾਰੇ ਹੁੰਦਾ ਜਾਂ ਨਦੀ ਦੇ ਵਿੱਚ ਹੁੰਦਾ ਹੈ। ਉਹ ਪਾਣੀ ਕਰਕੇ ਉਹਦਾ ਬਚਾਅ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਉਚਾਰਨ ਕੀਤਾ, ਦਾਵਾ ਅਗਨ ਬਹੁਤ ਤ੍ਰਿਣ ਜਾਲੇ। हे ਮਹਾਤਮਾ ਰੂਪ ਸਖੀ, ਇਹ ਸੰਸਾਰ ਦੇ ਅੰਦਰ ਮਾਇਆ ਦੀ ਵਿਕਾਰਾਂ ਦੀ ਅੱਗ ਨੇ ਬਹੁਤ ਸੰਸਾਰ ਭਰ ਦੇ ਜੀਵ ਰੂਪ ਜਿਹੜੇ ਘਾਹ ਦੇ ਤਿੱਲੇ ਆ ਨਾ, ਸਭ ਸਾੜ ਦੇਣਾ ਕੀਤੇ ਹੈ। ਸਭ ਸੰਸਾਰ ਦੇ ਜੀਵਾਂ ਨੂੰ ਇਸ ਨੇ ਸਾੜ ਦਿੱਤਾ ਹੈ। ਕੋਈ ਹਰਿਆ ਬੂਟ ਰਹਿਓ ਰੀ। ਕੋਈ ਵਿਰਲਾ ਹੀ ਹਰਿਆ ਭਰਿਆ ਬੂਟਾ ਰਿਹਾ, ਕੋਈ ਵਿਰਲਾ ਹੀ ਰੁੱਖ ਬਚਿਆ ਇਸ ਸੰਸਾਰ ਦੇ ਅੰਦਰ ਪ੍ਰਤੱਖ ਅਗਨੀ ਤੋਂ ਵੀ, ਜਿਸ ਦਾ ਨਦੀ ਦੇ ਕਿਨਾਰੇ ਤੇ ਨਿਵਾਸ ਸੀਗਾ, ਜਾਂ ਫਿਰ ਜਿਸ ਨੇ ਨਦੀ ਦੇ ਵਿੱਚ ਸਾਧ ਸੰਗਤ ਜੀ ਰਹਿਣਾ ਕੀਤਾ, ਉਹ ਪਾਣੀ ਕਰਕੇ ਉਹਦਾ ਬਚਾਅ ਹੋ ਗਿਆ। ਔਰ ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਦਾਵਾ ਅਗਨ ਬਹੁਤ ਤ੍ਰਿਣ ਜਾਲੇ। ਦਾਵਾ ਅਗਨ ਜਿਹੜੀ ਪ੍ਰਬਲ ਅੱਗ ਹੈ ਨਾ, ਸੰਸਾਰ ਦੇ ਔਗਣਾਂ ਦੀ, ਪਾਪ ਕਰਮਾਂ ਦੀ, ਜਾਂ ਫਿਰ ਇਹਨਾਂ ਵਿਕਾਰਾਂ ਦੀ, ਮਾਇਆ ਦੀ ਪ੍ਰਬਲ ਅਗਨੀ ਨੇ ਸੰਸਾਰ ਭਰ ਦੇ ਸਭ ਜੀਵਾਂ ਰੂਪ ਤੀਲਿਆਂ ਨੂੰ ਸਾੜ ਦਿੱਤਾ। ਸੰਸਾਰ ਰੂਪੀ ਜੰਗਲ ਦੇ ਅੰਦਰ ਬੀਆਬਾਨ ਜੰਗਲ ਹੈ, ਇਹਦੇ ਅੰਦਰ ਮਹਾਰਾਜ ਕਹਿੰਦੇ ਔਗਣਾਂ ਦੀ, ਵਿਕਾਰਾਂ ਦੀ ਪ੍ਰਬਲ ਅੱਗ ਬਲ ਰਹੀ ਹੈ, ਜਿਸ ਨੇ ਸੰਸਾਰ ਭਰ ਦੇ ਸਭ ਜੀਵਾਂ ਰੂਪ ਤੀਲਿਆਂ ਨੂੰ ਸਾੜ ਦਿੱਤਾ ਹੈ। ਕੋਈ ਹਰਿਆ ਬੂਟ ਰਹਿਓ ਰੀ। ਕੋਈ ਵਿਰਲਾ ਹੀ ਗੁਰਮੁਖ ਪਿਆਰਾ ਬਚਿਆ ਹੈ, ਜਿਸ ਨੇ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਚਰਨਾਂ ਦਾ ਆਸਰਾ ਲਿਆ ਹੈ, ਜਿਸ ਨੇ ਮਹਾਰਾਜ ਜੀ ਦੀ ਸਤ ਸੰਗਤ ਰੂਪੀ ਨਦੀ ਵਿੱਚ ਰਹਿਣਾ ਕੀਤਾ। ਗਰੀਬ ਨਵਾਜ ਸਤਿਗੁਰੂ ਜੀ ਦੀ ਸਤ ਸੰਗਤ ਵਿੱਚ ਜੁੜ ਕੇ ਪਰਮੇਸ਼ਰ ਦੇ ਨਾਮ ਰੂਪ ਜਲ ਦਾ ਆਸਰਾ ਲਿਆ। ਉਹ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੈ, ਮਹਾਰਾਜ ਕਹਿੰਦੇ ਜਿਸ ਦਾ ਬਚਾਅ ਹੋਇਆ। ਨਹੀਂ ਤੇ ਜਿੰਨੇ ਵੀ ਸੰਸਾਰ ਭਰ ਦੇ ਜੀਵ ਹਨ, ਸਭ ਨੂੰ ਇਹ ਸੰਸਾਰ ਦੇ ਅੰਦਰ ਵਿਕਾਰਾਂ ਦੀ ਅੱਗ ਨੇ ਸਾੜ ਦਿੱਤਾ। ਮਾਇਆ ਦੀ ਪ੍ਰਬਲ ਅਗਨੀ ਸਾੜੀ ਜਾ ਰਹੀ ਹੈ। ਐਸੋ ਸਮਰੱਥ ਵਰਨ ਨਾ ਸਕੋ। ਜਦੋਂ ਇਉਂ ਜਗਿਆਸੂ ਰੂਪ ਸਖੀ ਨੇ ਬੇਨਤੀ ਕਰਕੇ ਪੁੱਛਿਆ, ਤੇ ਫਿਰ ਕਿਹੜਾ ਢੰਗ ਹੈ, ਕਿਸ ਤਰੀਕੇ ਦੁਆਰਾ ਤੇਰਾ ਬਚਾਅ ਹੋਵਣਾ ਕੀਤਾ? ਫਿਰ ਅੱਗੋਂ ਮਹਾਤਮਾ ਰੂਪ ਸਖੀ ਜਵਾਬ ਦਿੰਦੀ ਹੈ, ਐਸੋ ਸਮਰੱਥ ਵਰਨ ਨਾ ਸਕੋ। ਕਹਿਣ ਲੱਗੇ, ਹੈ ਜੀਵ ਰੂਪ ਸਖੀ, ਐਸਾ ਉਹ ਸਰਬ ਕਲਾ ਸਮਰੱਥ ਪਰਮਾਤਮਾ ਹੈ, ਉਹ ਸਰਬ ਸ਼ਕਤੀਵਾਨ ਹੈ, ਸਰਬ ਕਲਾ ਸਮਰੱਥਾ ਵਾਲਾ ਹੈ, ਜਿਸ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ, ਜਿਸ ਦੀ ਮਹਿਮਾ ਨੂੰ ਕਥਨ ਕੀਤਾ ਨਹੀਂ ਜਾ ਸਕਦਾ, ਜਿਸ ਦੀ ਸਮਰੱਥਾ ਦੇ ਬਾਬਤ ਕੁਝ ਕਿਹਾ ਨਹੀਂ ਜਾ ਸਕਦਾ। ਤਾ ਕੀ ਉਪਮਾ ਜਾਤ ਨਾ ਕਹਿਓ ਰੀ। ਹੇ ਜੀਵ ਰੂਪ ਸਖੀ, ਉਸ ਪਰਮਾਤਮਾ ਜੀ ਦੀ ਉਪਮਾ ਜਾਤ ਨਾ ਕਹਿਓ ਰੀ। ਉਪਮਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਸਮਗਰ ਰੂਪ ਦੇ ਵਿੱਚ ਪਰਮੇਸ਼ਰ ਦੀ ਉਪਮਾ ਨੂੰ ਕਿਹਾ ਨਹੀਂ ਜਾ ਸਕਦਾ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਮਹਾਰਾਜ ਹਜੂਰ ਕਹਿੰਦੇ ਹਨ ਕਿ ਉਸ ਪਰਮਾਤਮਾ ਜੀ ਦੀ ਉਪਮਾ ਨੂੰ ਕਿਹਾ ਨਹੀਂ ਜਾ ਸਕਦਾ। ਜੇ ਕਹੇ ਕਿ ਸਮਗਰ ਰੂਪ ਦੇ ਵਿੱਚ ਵਾਹਿਗੁਰੂ ਜੀ ਦੀ ਉਪਮਾ ਕਥਨ ਕਰ ਲਵਾਂ, ਇਹ ਨਾਮੁਮਕਿਨ ਹੈ। ਮਨੁੱਖ ਚਾਹ ਕਰਕੇ ਵੀ ਕਦੇ ਪ੍ਰਮਾਤਮਾ ਦੀ ਪੂਰੀ ਤਰ੍ਹਾਂ ਮਹਿਮਾ ਕਥਨ ਨਹੀਂ ਕਰ ਸਕਦਾ। ਕਾਜਰ ਕੋਠ ਮਹਿ ਭਈ ਨਾ ਕਾਰੀ। ਫਿਰ ਦੁਬਾਰਾ ਜੀਵ ਰੂਪ ਸਖੀ ਨੇ ਸਵਾਲ ਪੁੱਛਿਆ, ਕਹਿਣ ਲੱਗੇ ਕਾਜਰ ਕੋਠ ਭਈ, ਕਾਜਰ ਕੋਠ ਮਹਿ ਭਈ ਨਾ ਕਾਰੀ, ਕਿ ਜਿਹੜਾ ਸੰਸਾਰ ਹੈ ਨਾ, ਇਹ ਜਾਣ ਕੇ ਕੱਜਲ ਦਾ ਕੋਠਾ ਹੈ, ਭਾਵ ਕਾਲਕ ਦਾ ਕੋਠਾ ਬਣਿਆ ਹੋਇਆ।
ਜਿਵੇਂ ਕਾਲਖ ਦੇ ਨਾਲ ਕੋਠਾ ਭਰਿਆ ਹੋਵੇ, ਅੰਦਰ ਕੋਈ ਪ੍ਰਵੇਸ਼ ਕਰ ਜਾਵੇ ਤੇ ਸਾਧ ਸੰਗਤ ਜੀ ਉਹਦੇ ਦਾਗ ਕੋਈ ਨਾ ਕੋਈ ਲੱਗ ਹੀ ਜਾਣਾ ਕਰਦਾ ਹੈ। ਕਾਲਖ ਦਾ ਦਾਗ ਲੱਗ ਜਾਂਦਾ ਹੈ, ਕੱਜਲ ਦਾ ਦਾਗ ਲੱਗ ਜਾਂਦਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਕਾਜਰ ਕੋਟ ਮਹਿ ਭਾਈ ਨਾ ਕਾਰੀ। ਹੈ ਜੀਵ ਰੂਪ ਸਖੀ, ਸੰਸਾਰ ਦੇ ਵੀ ਕੱਜਲ ਦੇ ਕੋਠੇ ਦੇ ਵਿੱਚ ਤੂੰ ਕਾਲੀ ਨਹੀਂ ਹੋਣਾ ਕੀਤਾ ਭਾਵ ਪਾਪ ਕਰਮਾਂ ਦੀ ਤੈਨੂੰ ਰਾਈ ਮਾਤਰ ਵੀ ਥੋੜਾ ਜਿੰਨਾ ਕੋਈ ਦਾਗ ਨਹੀਂ ਲੱਗਾ। ਇਹਦਾ ਕੀ ਕਾਰਨ ਹੈ? ਨਿਰਮਲ ਬਰਨ ਬਨਿਓ ਰੀ। ਤੇਰਾ ਜਿਹੜਾ ਸਰੂਪ ਹੈ ਨਾ ਉਜਲ ਹੀ ਬਣਿਆ ਰਿਹਾ ਹੈ, ਕੋਈ ਦਾਗ ਨਹੀਂ ਲੱਗਾ ਪਾਪ ਕਰਮਾਂ ਦਾ, ਕੋਈ ਸੰਸਾਰ ਦੇ ਅੰਦਰ ਤੈਨੂੰ ਦਾਗ ਨਹੀਂ ਲੱਗਾ, ਕੋਈ ਜ਼ਿੰਦਗੀ ਵਿੱਚ ਕਲੰਕ ਨਹੀਂ ਲੱਗਾ, ਬੇਦਾਗ ਤੂੰ ਜੀਵਨ ਨਿਰਵਾਹ ਕਰ ਰਹੀ ਹੈ। ਹੇ ਮਹਾਤਮਾ ਰੂਪ ਸਖੀ, ਦਾ ਕਾਰਨ ਕੀ ਹੈ? ਕਿਸ ਢੰਗ ਦੇ ਨਾਲ ਬੇਦਾਗ ਜੀਵਨ ਨਿਰਵਾਹ ਕੀਤਾ, ਜਿਸ ਕਰਕੇ ਜ਼ਿੰਦਗੀ ਵਿੱਚ ਕੋਈ ਵੀ ਤੇਰੇ ਦਾਗ ਨਹੀਂ ਲੱਗਿਆ। ਮਹਾ ਮੰਤਰ ਗੁਰ ਹਿਰਦੈ ਬਸਿਓ। ਤੇ ਫਿਰ ਹੁਣ ਮਹਾਤਮਾ ਰੂਪ ਸਖੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੀ ਜਗਿਆਸੂ ਰੂਪ ਸਖੀ, ਮਹਾ ਮੰਤਰ ਗੁਰ ਹਿਰਦੈ। ਗਰੀਬ ਨਵਾਜ ਪੂਰੇ ਸਤਿਗੁਰੂ ਜੀ ਨੇ ਮਹਾਨ ਸਭ ਤੋਂ ਵੱਡਾ ਨਾਮ ਮੰਤਰ ਵਾਹਿਗੁਰੂ ਮੰਤਰ ਸਾਡੇ ਹਿਰਦੇ ਅੰਦਰ ਰੱਖਿਆ ਹੈ। ਮਹਾਰਾਜ ਸਾਹਿਬ ਜੀ ਨੇ ਨਾਮ ਮੰਤਰ ਸਾਡੇ ਹਿਰਦੇ ਅੰਦਰ ਧਾਰਨ ਕਰ ਦਿੱਤਾ ਹੈ। ਸਾਡੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਵਾਹਿਗੁਰੂ ਦਾ ਮੰਤਰ ਵਸਾ ਦਿੱਤਾ ਹੈ। ਅਚਰਜ ਨਾਮ ਸੁਨਿਓ ਰੀ। ਔਰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਅਚਰਜ ਪਰਮੇਸ਼ਰ ਦੇ ਨਾਮ ਨੂੰ ਅਸਾਂ ਨੇ ਸੁਣਿਆ ਹੈ। ਪ੍ਰੀਤ ਰੂਪ ਰਸਨਾ ਦੇ ਨਾਲ ਹਿਰਦੇ ਕਰਕੇ ਵੀ ਵਾਹਿਗੁਰੂ ਦੇ ਨਾਮ ਮੰਤਰ ਦਾ ਜਾਪ ਕੀਤਾ। ਫਿਰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਵੀ ਪਰਮੇਸ਼ਰ ਦਾ ਨਾਮ ਮੰਤਰ ਹੀ ਸੁਣਿਆ ਹੈ। ਇਸ ਕਰਕੇ ਕਹਿੰਦੇ ਕਿ ਸੰਸਾਰ ਦੇ ਅੰਦਰ ਬੇਦਾਗ ਜੀਵਨ ਅਸੀਂ ਨਿਰਵਾਹ ਕੀਤਾ, ਜ਼ਿੰਦਗੀ ਵਿੱਚ ਕੋਈ ਕਲੰਕ ਨਹੀਂ ਲੱਗਿਆ। ਸੰਸਾਰ ਦੇ ਅੰਦਰ ਭਾਵੇਂ ਬੜੇ ਪਾਪ ਕਰਮਾਂ ਦੇ ਇਸ ਸੰਸਾਰ ਦੇ ਜਿਹੜੇ ਕਾਲਖ ਦੇ ਨਾਲ ਇਹ ਭਰਿਆ ਹੋਇਆ ਸੰਸਾਰ ਰੂਪੀ ਕੋਠਾ, ਪਰ ਵਾਹਿਗੁਰੂ ਮੰਤਰ ਹਿਰਦੇ ਵਿੱਚ ਹੋਣੇ ਕਰਕੇ, ਪਰਮੇਸ਼ਰ ਦਾ ਜਸ ਸਰਵਣ ਕਰਨੇ ਕਰਕੇ ਅਸੀਂ ਬੇਦਾਗ ਹੋ ਕਰਕੇ ਰਹਿਣਾ ਕੀਤਾ। ਕਿਸੇ ਪ੍ਰਕਾਰ ਦਾ ਜੀਵਨ ਦੇ ਵਿੱਚ ਕੋਈ ਜ਼ਿੰਦਗੀ ਵਿੱਚ ਕਲੰਕ ਨਹੀਂ ਲੱਗਣਾ ਕੀਤਾ। ਕਰ ਕਿਰਪਾ ਪ੍ਰਭ ਨਦਰ ਅਵਲੋਕਨ। ਪ੍ਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਕਿਰਪਾ ਦੀ ਨਜ਼ਰ ਕੀਤੀ ਹੈ, ਕਿਰਪਾ ਦ੍ਰਿਸ਼ਟੀ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਤੱਕਿਆ ਹੈ। ਆਪਣਾ ਚਰਨ ਲਗਾਈ। ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਗਾ ਲਿਆ। ਹੈ ਜੁਗਿਆਸੂ ਰੂਪ ਸਖੀ, ਪ੍ਰਮਾਤਮਾ ਨੇ ਸਾਡੇ ਤੇ ਮਿਹਰ ਕੀਤੀ ਹੈ, ਕਿਰਪਾ ਦ੍ਰਿਸ਼ਟੀ ਦੇ ਨਾਲ ਸਾਡੇ ਵੱਲ ਦੇਖਿਆ ਹੈ। ਵਾਹਿਗੁਰੂ ਨੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਲਗਾ ਲਿਆ ਹੈ। ਵਾਹਿਗੁਰੂ ਨੇ ਆਪਣੇ ਸ਼ਰਨ ਦੇ ਵਿੱਚ ਸਾਨੂੰ ਜਾ ਕੇ ਜੋੜ ਕਰਕੇ ਰੱਖਿਆ। ਪਿਆਰੀ ਸਤ ਸੰਗਤ ਦੇ ਵਿੱਚ ਸਾਨੂੰ ਜੋੜ ਲਿਆ, ਕਿਉਂਕਿ ਪ੍ਰਮਾਤਮਾ ਦੀ ਸਾਡੇ ਤੇ ਅੰਮ੍ਰਿਤਮਈ ਦ੍ਰਿਸ਼ਟੀ ਪੈ ਗਈ ਹੈ। ਜਦੋਂ ਅੰਮ੍ਰਿਤਮਈ ਦ੍ਰਿਸ਼ਟੀ ਪੈ ਜਾਂਦੀ ਹੈ ਨਾ, ਤੇ ਮਹਾਰਾਜ ਕਹਿੰਦੇ ਹਨ ਅਮਯ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਾਲ। ਜਿਹੜੇ ਕੀਤੇ ਹੋਏ ਜੀਵ ਦੇ ਬੱਜਰ ਪਾਪ ਹੈ ਨਾ, ਬੜੇ ਬੜੇ ਭਿਆਨਕ ਪਾਪ ਕਰਮ ਕੀਤੇ ਹੋਏ ਸਾਰੇ ਨਾਸ਼ ਹੋ ਜਾਂਦੇ ਹਨ ਜਦੋਂ ਵਾਹਿਗੁਰੂ ਜੀਵ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਪ੍ਰਮਾਤਮਾ ਜੀਵ ਵੱਲ ਦੇਖ ਲੈਂਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਉਹਦੇ ਸਾਰੇ ਪਾਪ ਝੜ ਜਾਂਦੇ ਹਨ। ਆਪਣੇ ਚਰਨ ਲਗਾਏ ਤੇ ਪ੍ਰਮਾਤਮਾ ਨੇ ਸਾਨੂੰ ਆਪਣੇ ਚਰਨਾਂ ਦੇ ਨਾਲ ਲਗਾ ਲਿਆ। ਨਾਮ ਰੂਪ ਚਰਨਾਂ ਦੇ ਨਾਲ ਸਾਡੀ ਚਿੱਤ ਬਿਰਤੀ ਨੂੰ ਜੋੜ ਦਿੱਤਾ ਹੈ। ਪ੍ਰੇਮ ਭਗਤ ਨਾਨਕ ਸੁਖ ਪਾਇਆ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮਹਾਤਮਾ ਰੂਪ ਸਖੀ ਦੁਆਰਾ ਫਰਮਾਨ ਕਰ ਰਹੇ ਹਨ ਕਿ ਜਿਹੜੀ ਪ੍ਰੇਮਾ ਭਗਤੀ ਹੈ ਨਾ ਪਰਮਾਤਮਾ ਦੀ, ਇਸ ਕਰਕੇ ਹੀ ਅਸੀਂ ਆਤਮਿਕ ਸੁਖ ਪਾਇਆ ਹੈ। ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਕਿਤੇ ਵੀ ਸੁਖ ਪ੍ਰਾਪਤ ਹੋਣ ਵਾਲਾ ਨਹੀਂ ਹੈ, ਕਿਉਂਕਿ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਕਦੇ ਵੀ ਆਤਮਿਕ ਸੁਖ ਪ੍ਰਾਪਤ ਹੋਣ ਵਾਲਾ ਨਹੀਂ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਆਖ ਰਹੇ ਹੈ, ਪ੍ਰਮਾਤਮਾ ਨੇ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਇਹ ਭਗਤੀ ਬਖਸ਼ੀ, ਉਹਨਾਂ ਨੂੰ ਆਤਮਿਕ ਸੁਖ ਮਿਲਿਆ ਹੈ। ਸਾਧੂ ਸੰਗ ਸਮਾਈ। ਸਾਧੂ ਜਨਾਂ ਦੀ, ਭਲੇ ਪੁਰਸ਼ਾਂ ਦੀ ਸੰਗਤ ਕਰਕੇ ਹੀ ਪ੍ਰਮਾਤਮਾ ਦੇ ਵਿੱਚ ਸਮਾਉਣਾ ਹੋ ਗਿਆ।
ਜਾਂ ਫਿਰ ਸਾਡੀ ਚਿੱਤ ਬਿਰਤੀ ਸਾਧ ਸੰਗਤ ਦੇ ਵਿੱਚ ਹੀ ਹਰ ਸਮੇਂ ਸਮਾਈ ਰਹਿੰਦੀ ਹੈ, ਜੁੜੀ ਰਹਿੰਦੀ ਹੈ। ਸਾਧ ਸੰਗਤ ਦੇ ਨਾਲ ਸਾਡੇ ਹਿਰਦੇ ਦਾ ਪਿਆਰ ਬਣਿਆ ਰਹਿੰਦਾ ਹੈ। ਪਰਮਾਤਮਾ ਨੇ ਐਸੀ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਸਾਡੇ ਵੱਲ ਦੇਖਿਆ, ਸਾਡੇ ਅੰਦਰ ਦੇ ਜਿਹੜੇ ਪਾਪ ਕਰਮ ਸਨ, ਔਗਣ ਸਨ ਔਰ ਵਿਕਾਰਾਂ ਦਾ ਪ੍ਰਬਲ ਜਿਹੜਾ ਬਲ ਸੀ, ਸਭ ਪਰਮੇਸ਼ਰ ਨੇ ਨਾਸ਼ ਕਰ ਦਿੱਤਾ ਹੈ। ਸਾਡੀ ਬੁੱਧੀ ਨੂੰ ਸ਼ੁੱਧ ਕਰ ਦਿੱਤਾ ਹੈ। ਮਲੀਨ ਬੁੱਧੀ ਨੂੰ ਨਾਸ਼ ਕਰਕੇ ਚੰਗੀ ਬੁੱਧ ਦੀ ਦਾਤ ਬਖਸ਼ਿਸ਼ ਕੀਤੀ ਹੈ, ਜਿਸ ਕਰਕੇ ਹਿਰਦੇ ਹੁਣ ਵਾਹਿਗੁਰੂ ਦੇ ਪਿਆਰੀ ਸਤ ਸੰਗਤ ਦੇ ਨਾਲ ਚਿੱਤ ਲੱਗਾ ਰਹਿੰਦਾ ਹੈ। ਹਿਰਦੇ ਹੋ ਕੇ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਵਿੱਚ ਜੁੜੇ ਰਹਿੰਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਅਗਲੇ ਸ਼ਬਦ ਦੀ ਪ੍ਰਾਰੰਭਤਾ ਦੇ ਵਿੱਚ ਪ੍ਰਮਾਤਮਾ ਦਾ ਨਿਰਦੇਸ਼ਕ ਮੰਗਲ ਕਰ ਰਹੇ ਹਨ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਭ ਜੀਵਾਂ ਦਾ ਪ੍ਰਕਾਸ਼ਕ ਹੈ। ਐਸਾ ਅਦੁੱਤੀ ਸਰੂਪ ਹੈ, ਸਭ ਜੀਵਾਂ ਦਾ ਕਰਤਾ ਹੈ, ਭਰਤਾ ਹੈ, ਹਰਤਾ ਵੀ ਪ੍ਰਮਾਤਮਾ ਆਪ ਹੈ। ਸਤ ਸਦਾ ਰਹਿਣ ਵਾਲਾ ਹੈ, ਗੁਰ ਚੇਤਨ ਸਰੂਪ ਹੈ ਅਤੇ ਪ੍ਰਸਾਦ ਆਨੰਦ ਸਰੂਪ ਹੈ। ਇੱਕ ਰਸ ਰਹਿਣ ਵਾਲਾ ਹੈ, ਨਾ ਉਹ ਵੱਢੈ ਨਾ ਘਟਤਾ ਜਾਏ, ਨਾ ਵਧਣ ਵਾਲਾ ਹੈ ਨਾ ਘਟਣ ਵਾਲਾ ਹੈ, ਨਾ ਸੰਸਾਰ ਦੇ ਸੁੱਖਾਂ ਵਿੱਚ ਪਰਚਣ ਵਾਲਾ ਹੈ, ਨਾ ਦੁੱਖਾਂ ਦੇ ਵਿੱਚ ਲੱਗਣ ਵਾਲਾ ਹੈ, ਨਾ ਚਿੰਤਾ ਦੀ ਨਦੀ ਵਿੱਚ ਡੁੱਬਣ ਵਾਲਾ ਹੈ। ਐਸਾ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਸਵਰੂਪ ਹੈ। ਹਜੂਰ ਕਹਿੰਦੇ ਹਨ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਈਦਾ ਹੈ। ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਉਸ ਵਾਹਿਗੁਰੂ ਦੀ ਸ਼ਕਤੀ ਨੂੰ ਪ੍ਰਾਪਤ ਕਰੀਦਾ ਹੈ। ਰਾਗ ਆਸਾ ਘਰ ਸਤਬਾ ਮਹੱਲਾ ਪੰਜਵਾ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਦੇ ਅੰਦਰ 7ਵੇਂ ਘਰ ਸੁਰ ਤਾਲ ਵਿੱਚ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇਸ ਪਾਵਨ ਸ਼ਬਦ ਨੂੰ ਰਾਗੀ ਸਿੰਘ 7ਵੇਂ ਘਰ ਸੁਰ ਤਾਲ ਦੇ ਵਿੱਚ ਗਾਇਨ ਕਰਦੇ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਹਨ, ਲਾਲ ਚੋਲਨਾ ਤੈ ਤਨ ਸੋਹਿਆ। ਹਜੂਰ ਫਿਰ ਜੀਵ ਰੂਪ ਸਖੀਆਂ ਦਾ ਰੂਪਕ ਅਲੰਕਾਰ ਬਣਾ ਕੇ ਫਰਮਾਨ ਕਰ ਰਹੇ ਹੈ, ਲਾਲ ਚੋਲਨਾ ਤੈ ਤਨ ਸੋਹਿਆ। ਹੇ ਮਹਾਤਮਾ ਰੂਪ ਸਖੀ, ਜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਤੇਰਾ ਪਿਆਰ ਲੱਗਾ, ਮਹਾਰਾਜ ਕਹਿੰਦੇ ਤੇਰਾ ਹਿਰਦਾ ਰੂਪ ਜਿਹੜਾ ਤਨ ਹੈ ਨਾ, ਇਹ ਸ਼ੋਭਾ ਵਾਲਾ ਹੋ ਗਿਆ ਹੈ। ਲਾਲ ਚੋਲਨਾ, ਹਿਰਦਾ ਰੂਪ ਜਿਹੜਾ ਤੇਰਾ ਚੋਲਾ ਹੈ ਨਾ, ਜਿਵੇਂ ਸਰੀਰ ਨੂੰ ਵੀ ਇੱਕ ਚੋਲਾ ਕਹਿ ਦਿੱਤਾ ਜਾਂਦਾ ਕਿ ਇਹ ਸਰੀਰ ਰੂਪੀ ਚੋਲਾ ਹੈ। ਇੱਕ ਪ੍ਰਤੱਖ ਇਹ ਤਨ ਜਿਹੜਾ ਸਰੀਰ ਰੂਪੀ ਚੋਲਾ ਹੈ, ਇੱਕ ਸੂਖਸ਼ਮ ਸਰੀਰ ਰੂਪੀ ਚੋਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਲਾਲ ਚੋਲਨਾ ਤੈ ਤਨ ਸੋਹਿਆ। ਲਾਲ ਨਾਮ ਪਿਆਰੇ ਦਾ ਹੈ। ਜੇ ਹਿਰਦੇ ਅੰਦਰ ਵਾਹਿਗੁਰੂ ਪਿਆਰੇ ਪਰਮੇਸ਼ਰ ਦਾ ਚੰਗਾ ਸੱਚਾ ਪਿਆਰ ਲੱਗਾ, ਇਹ ਮਹਾਤਮਾ ਰੂਪ ਸਖੀ ਤੇਰਾ ਹਿਰਦਾ ਰੂਪੀ ਜਿਹੜਾ ਚੋਲਨਾ ਚੋਲਾ ਹੈ ਨਾ, ਸ਼ੋਭਾ ਵਾਲਾ ਹੋ ਗਿਆ। ਤੇਰਾ ਹਿਰਦਾ ਬੜਾ ਹੀ ਸ਼ੋਭਨੀਕ ਹੋ ਗਿਆ ਹੈ। ਸੁਰ ਜਨ ਭਾਨੀ ਤਾਂ ਮਨ ਮੋਹਿਆ। ਕਿਉਂਕਿ ਸ਼ੁਭ ਗੁਣਾਂ ਦੇ ਬਖਸ਼ਿਸ਼ਾਂ ਕਰਨ ਵਾਲਾ ਜੋ ਪ੍ਰਮਾਤਮਾ ਹੈ, ਮਾਲਕ ਹੈ, ਸਾਰੀ ਸ੍ਰਿਸ਼ਟੀ ਦਾ ਪਤੀ ਪਰਮੇਸ਼ਰ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਤੇਰਾ ਜਿਹੜਾ ਮਨ ਹੈ ਨਾ ਮੋਹਿਤ ਹੋ ਗਿਆ। ਹੇ ਜੀਵ ਰੂਪ ਸਖੀ, ਤੇਰੇ ਹਿਰਦੇ ਦਾ ਪਿਆਰ ਪ੍ਰਮਾਤਮਾ ਨੂੰ ਭਾ ਗਿਆ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹਿਰਦੇ ਅੰਦਰ ਤੇਰੇ ਮਨ ਦੇ ਅੰਦਰ ਦੀ ਜਿਹੜੀ ਭਾਵਨਾ ਉਹ ਭਾ ਗਈ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਸੁਰਜਨ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਸੁਰਾਂ ਦਾ ਵੀ, ਜਨਾਂ ਦਾ ਵੀ, ਦੇਵਤਿਆਂ ਦਾ ਵੀ, ਦੈਂਤਾਂ ਦਾ, ਸਭ ਦਾ ਮਾਲਕ ਹੈ। ਫਿਰ ਸੁਰਜਨ ਸ਼ੁਭ ਗੁਣਾਂ ਨੂੰ ਬਖਸ਼ਿਸ਼ ਕਰਨ ਵਾਲਾ, ਸਭ ਭਗਤੀ ਦੇ ਭੰਡਾਰੇ ਦੇਣ ਵਾਲਾ ਐਸਾ ਪ੍ਰਮਾਤਮਾ ਹੈ। ਉਹ ਪ੍ਰਮਾਤਮਾ ਦੇ ਹਿਰਦੇ ਅੰਦਰ ਤੇਰਾ ਪਿਆਰ ਭਾ ਜਾਣਾ ਕੀਤਾ, ਤਾਂ ਮਨ ਮੋਹਿਆ। ਤਾਂ ਹੀ ਤੇਰਾ ਮਨ ਜਿਹੜਾ ਵਾਹਿਗੁਰੂ ਦੇ ਪਿਆਰ ਦੇ ਵਿੱਚ ਮੋਹਿਤ ਹੋ ਗਿਆ ਹੈ। ਕਵਨ ਬਨੀਰੀ ਤੇਰੀ ਲਾਲੀ। ਫਿਰ ਮਹਾਰਾਜ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਫਰਮਾਉਂਦੇ ਨੇ, ਕਵਨ ਬਨੀ ਰੀ ਤੇਰੀ ਲਾਲੀ। ਕਿਸ ਢੰਗ ਕਰਕੇ ਤੇਰੇ ਹਿਰਦੇ ਅੰਦਰ ਲਾਲਗੀ ਭਾਵ ਗਿਆਨ ਦੀ ਪ੍ਰਾਪਤੀ ਹੋਈ ਹੈ। ਤੇਰੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਿਸ ਢੰਗ ਨੇ ਨਾਲ ਹੋਵਣਾ ਕੀਤਾ, ਜਿਸ ਕਰਕੇ ਅਗਿਆਨ ਦੀ ਅੰਧਤਾਈ ਮਿਟ ਗਈ ਹੈ।
ਹਨੇਰਾ ਅਭਾਵ ਹੋ ਗਿਆ ਹੈ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਕਿਸ ਢੰਗ ਦੇ ਨਾਲ ਤੇਰੇ ਹਿਰਦੇ ਅੰਦਰ ਗਿਆਨ ਦੀ ਲਾਲਗੀ ਆਈ ਹੈ। ਕਾਵਨ ਰੰਗ ਤੂੰ ਭਈ ਗੁਲਾਲੀ। ਤੇ ਕਿਹੜੇ ਰੰਗ ਚੋਜ ਕਰਕੇ, ਕਿਹੜੇ ਕੌਤਕਾਂ ਕਰਕੇ, ਕਿਹੜੇ ਪਿਆਰ ਕਰਕੇ ਤੇਰੇ ਹਿਰਦੇ ਅੰਦਰ ਗੁਲਾਲੀ ਪਰਮੇਸ਼ਰ ਦਾ ਨਾਮ ਦਾ ਗਾੜਾ ਰੰਗ ਚੜਿਆ ਹੈ, ਜਿਸ ਨੂੰ ਚੁਹਾ ਰੰਗ ਵੀ ਕਿਹਾ ਜਾਂਦਾ ਹੈ। ਗੁਲਾਲੀ ਭਾਵ ਪੱਕਾ ਰੰਗ, ਕਦੇ ਵੀ ਉਤਰਨ ਵਾਲਾ ਨਹੀਂ ਹੈ। ਸਰੀਰ ਰੂਪੀ ਚੋਲਾ ਭਾਵੇਂ ਪਾੜ ਜਾਵੇ, ਇਹਨੂੰ ਭਾਵੇਂ ਆਰੇ ਦੇ ਨਾਲ ਚੀਰ ਦਿੱਤਾ ਜਾਵੇ, ਬੰਦ ਕੱਟ ਦਿੱਤਾ ਜਾਵੇ, ਪਰ ਐਸਾ ਪਰਮੇਸ਼ਰ ਦੀ ਭਗਤੀ ਦਾ ਗੁਲਾਲੀ ਗਾੜਾ ਰੰਗ ਹੈ, ਉਹ ਕਦੇ ਵੀ ਉਤਰਦਾ ਨਹੀਂ ਹੈ। ਹਿਰਦਿਓਂ ਪਰਮੇਸ਼ਰ ਦੀ ਯਾਦ ਵਿੱਚ ਜੀਵ ਜੁੜਿਆ ਰਹਿੰਦਾ। ਕਵਨ ਰੰਗ ਤੂੰ ਭਈ ਗੁਲਾਲੀ। हे ਮਹਾਤਮਾ ਰੂਪ ਸਖੀ, ਕਿਸ ਰੰਗ ਕਰਕੇ ਤੂੰ ਹਿਰਦੇ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। हे ਜੀਵ, ਕਿਸ ਕੌਤ ਕਰਕੇ, ਕਿਸ ਯਤਨ ਕਰਨੇ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਤੇਰੇ ਹਿਰਦੇ ਦਾ ਪਿਆਰ ਪੱਕਾ ਬਣਿਆ ਰਹਿੰਦਾ ਹੈ। ਰਹਾਉ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਤੁਮ ਹੀ ਸੁੰਦਰ ਤੁਮ ਹੈ ਸੁਹਾਗ। हे ਜੀਵ ਰੂਪ ਸਖੀ, ਹਿਰਦੇ ਦੀ ਨਿਰਮਲਤਾ ਕਰਕੇ ਤੂੰ ਹੀ ਸੁੰਦਰ ਹੈ। ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਕਰਕੇ ਤੂੰ ਹੀ ਸੁਹਾਗਵਤੀ ਹੈ, ਤੂੰ ਹੀ ਆਨੰਦ ਦੀ ਪ੍ਰਾਪਤੀ ਕਰਨ ਵਾਲੀ ਹੈ, ਪਰਮਾਤਮਾ ਦੇ ਸਰੂਪਾਨੰਦ ਨੂੰ ਮੰਨਣ ਵਾਲੀ ਹੈ। ਤੁਮ ਕਰ ਲਾਲਨ ਤੁਮ ਕਰ ਭਾਗ। हे ਜੀਵ ਰੂਪ ਸਖੀ, ਤੇਰੇ ਘਰ ਦੇ ਵਿੱਚ ਹੀ ਲਾਲਨ ਸਭ ਤੋਂ ਪਿਆਰਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਸਦਾ। ਤੇਰੇ ਹਿਰਦੇ ਰੂਪ ਘਰ ਦੇ ਵਿੱਚ ਪਰਮੇਸ਼ਰ ਨੇ ਨਿਵਾਸ ਕੀਤਾ ਹੈ। ਫਿਰ ਤੁਮ ਹੈ ਸੁਹਾਗਨ। ਮਹਾਰਾਜ ਕਹਿੰਦੇ ਤੁਮ ਕਰ ਲਾਲਨ ਤੁਮ ਕਰ ਭਾਗ, ਤੇ ਤੇਰੇ ਪੂਰਬਲੇ ਚੰਗੇ ਭਾਗ ਹੋਣੇ ਕਰਕੇ ਹੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਤੇਰਾ ਪਿਆਰ ਬਣਿਆ ਰਹਿੰਦਾ। ਤੁਮ ਘਰ ਭਾਗ, ਤੇ ਜਿਹੜੇ ਤੇਰੇ ਘਰ ਦੇ ਅੰਦਰ ਔਗਣ ਸਾਨੂੰ ਭਾਗ ਭੱਜ ਗਏ ਹੈ, ਕਿਉਂਕਿ ਵਾਹਿਗੁਰੂ ਨੇ ਤੇਰੇ ਹਿਰਦੇ ਘਰ ਦੇ ਅੰਦਰ ਨਿਵਾਸ ਕਰ ਲਿਆ ਹੈ। ਤੂੰ ਸਤਵੰਤੀ ਤੂੰ ਪ੍ਰਧਾਨ। हे ਜੀਵ ਰੂਪ ਸਖੀ, ਤੂੰ ਹੀ ਸਤ ਨੂੰ ਧਾਰਨ ਕਰਨ ਵਾਲੀ ਸਤਵੰਤੀ ਹੈ। ਫਿਰ ਸਤ ਤੇ ਨਿਸ਼ਚਾ ਰੱਖਣ ਵਾਲੀ, ਸੱਚੇ ਪ੍ਰਮਾਤਮਾ ਤੇ ਭਰੋਸਾ ਰੱਖਣ ਵਾਲੀ ਇਹ ਜੀਵ ਰੂਪ ਸਖੀ ਤੂੰ ਹੈ, ਕਿਉਂਕਿ ਤੂੰ ਸੱਚ ਦੇ ਨਾਲ ਹਿਰਦਿਓਂ ਪਿਆਰ ਲਗਾਇਆ, ਸੱਚੇ ਪ੍ਰਮਾਤਮਾ ਦੇ ਚਰਨਾਂ ਤੇ ਭਰੋਸਾ ਰੱਖਿਆ ਹੈ। ਤੂੰ ਪ੍ਰਧਾਨ, ਤੇ ਜਿਹੜੇ ਜਿਤਨੇ ਵੀ ਵਿਕਾਰ ਹਨ, ਔਗਣ ਹਨ ਜਾਂ ਇੰਦਰੇ ਹਨ, ਇਹਨਾਂ ਤੇ ਜਿੱਤ ਪ੍ਰਾਪਤ ਕਰਕੇ ਸਭ ਦੀ ਪ੍ਰਧਾਨ ਮੁਖੀ ਬਣਨਾ ਕੀਤਾ। ਕਰਮ ਇੰਦਰੀਆਂ ਨੂੰ, ਗਿਆਨ ਇੰਦਰੀਆਂ ਨੂੰ ਆਪਣੇ ਵੱਸ ਵਿੱਚ ਕਰਕੇ ਮਹਾਰਾਜ ਕਹਿੰਦੇ ਇਹਨਾਂ ਦੀ ਪ੍ਰਧਾਨਤਾ ਤੂੰ ਪ੍ਰਾਪਤ ਕੀਤੀ ਹੈ, ਕਿਉਂਕਿ ਇਹਨਾਂ ਗਿਆਨ ਇੰਦਰੀਆਂ ਦੀ ਰਸਾਂ ਵਿੱਚ ਹੀ ਜੀਵ ਜ਼ਿੰਦਗੀ ਭਰ ਹਰ ਸਮੇਂ ਫਸਿਆ ਰਹਿੰਦਾ, ਇਹਨਾਂ ਤੋਂ ਨਿਕਲ ਨਹੀਂ ਸਕਦਾ। ਕਦੇ ਜ਼ੁਬਾਨ ਦੇ ਪਦਾਰਥਾਂ ਦੇ ਛਕਣ ਦੇ ਰਸ ਹਨ, ਕਦੇ ਜ਼ੁਬਾਨ ਦੇ ਬੋਲਣ ਦੇ, ਝੂਠ ਬੋਲਣ ਦੇ, ਨਿੰਦਿਆ ਚੁਗਲੀਆਂ ਦੇ ਬੋਲਣ ਦੇ ਰਸਾਂ ਵਿੱਚ ਪਰਚਿਆ ਰਹਿੰਦਾ, ਕਦੇ ਸੰਸਾਰ ਦੇ ਅੰਦਰ ਗੱਲਾਂ ਬਾਤਾਂ ਸੁਣਨ ਦੇ ਕੰਨਾਂ ਦੇ ਰਸ ਦੇ ਵਿੱਚ ਪਰਚਿਆ ਰਹਿੰਦਾ, ਕਦੇ ਸੰਸਾਰ ਦੇ ਵਿਸ਼ੇ ਸੁੱਖਾਂ ਦੇ ਇੰਦਰੀਆਂ ਦੇ ਰਸਾਂ ਵਿੱਚ ਪਰਚਿਆ ਰਹਿੰਦਾ ਹੈ। ਇਹਨਾਂ ਤੋਂ ਉਪਰਾਮ ਹੋਣਾ ਬੜਾ ਕਠਿਨ ਹੈ, ਪਰ ਹਜੂਰ ਕਹਿੰਦੇ ਹਨ ਤੂੰ ਸਤਵੰਤੀ ਤੂੰ ਪ੍ਰਧਾਨ। ਮਹਾਰਾਜ ਕਹਿੰਦੇ ਉਹ ਗੁਰਮੁਖ ਜਨ ਪ੍ਰਧਾਨ ਹਨ, ਮੁਖੀ ਹਨ ਪਰਮਾਤਮਾ ਜੀ ਦੇ ਘਰ ਵਿੱਚ, ਜਿਨ੍ਹਾਂ ਨੇ ਇਹਨਾਂ ਵਿਕਾਰਾਂ ਔਰ ਇੰਦਰੀਆਂ ਦੇ ਉੱਪਰ ਫਤਿਹ ਪ੍ਰਾਪਤ ਕਰ ਲਈ, ਇਹਨਾਂ ਨੂੰ ਆਪਣੇ ਵੱਸ ਵਿੱਚ ਕਰਕੇ ਰੱਖਿਆ ਹੈ। ਤੂੰ ਪ੍ਰਧਾਨ ਹੈ ਜੀਵ ਰੂਪ ਸਖੀ, ਤੈਨੂੰ ਪ੍ਰਧਾਨਤਾ ਪ੍ਰਾਪਤ ਹੋ ਗਈ ਹੈ। ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨ। ਹੈ ਜੀਵ ਰੂਪ ਸਖੀ, ਤੂੰ ਹੀ ਪਰਮੇਸ਼ਰ ਨੂੰ ਭਾਉਣ ਵਾਲੀ ਹੈ, ਤੇਰੇ ਹਿਰਦੇ ਦਾ ਪਿਆਰ ਹੀ ਪਰਮਾਤਮਾ ਨੂੰ ਭਾਉਣ ਵਾਲਾ ਹੈ। ਤੂੰ ਹੀ ਸੁਰ ਗਿਆਨ, ਸੁਰ ਜਿਹੜਾ ਸ੍ਰੇਸ਼ਟ ਗਿਆਨ ਹੈ, ਜਿਹਨੂੰ ਅਪਰੋਖ ਗਿਆਨ ਕਿਹਾ ਜਾਂਦਾ ਹੈ, ਸਭ ਤੋਂ ਵਿਸ਼ੇਸ਼ ਜਿਹੜਾ ਹੈ ਔਰ ਸਭ ਤੋਂ ਪਰਮ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਹੈ ਜੀਵ ਰੂਪ ਸਖੀ ਤੈਨੂੰ ਜੀਵਨ ਦੇ ਵਿੱਚ ਪ੍ਰਾਪਤ ਹੋਇਆ ਹੈ। ਪ੍ਰੀਤਮ ਭਾਨੀ ਤਾਂ ਰੰਗ ਗੁਲਾਲ। ਜੇ ਪਰਮੇਸ਼ਰ ਨੂੰ ਭਾ ਗਈ ਹੈ ਨਾ ਹੈ ਜੀਵ ਰੂਪ ਸਖੀ, ਤਾਂ ਹੀ ਤੇਰੇ ਹਿਰਦੇ ਦੇ ਅੰਦਰ ਜਿਹੜਾ ਪਿਆਰ ਹੈ ਨਾ ਗੁਲਾਲ ਪੱਕਾ ਲੱਗ ਗਿਆ,
ਤੇਰੇ ਹਿਰਦੇ ਅੰਦਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਪ੍ਰੇਮ ਲੱਗ ਗਿਆ ਹੈ, ਪ੍ਰੇਮਾ ਭਗਤੀ ਦਾ ਗੂੜਾ ਰੰਗ ਚੜ ਗਿਆ ਹੈ। ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਫਰਮਾਨ ਕਰ ਰਹੇ ਹੈ, ਹੇ ਜੀਵ ਰੂਪ ਸਖੀ, ਸ਼ੁਭ ਦ੍ਰਿਸ਼ਟੀ ਦੇ ਨਾਲ, ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਪਰਮਾਤਮਾ ਨੇ ਜਿਨ੍ਹਾਂ ਵੱਲ ਤੱਕਣਾ ਕੀਤਾ ਹੈ, ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਗਈ ਹੈ। ਸੁਨਰੀ ਸਖੀ ਇਹ ਹਮਰੀ ਕਾਲ। ਇਹ ਕਹਿਣ ਲੱਗੇ ਜੋ ਗਿਆਸੂ ਰੂਪ ਸਖੀ, ਇਹ ਸਾਡੀ ਕਾਲ, ਇਹ ਘਾਲਣਾ ਸੁਣ ਨਾ ਕਰ। ਕਿਉਂਕਿ ਪਹਿਲਾਂ ਜੀਵ ਰੂਪ ਸਖੀ ਨੇ ਬੇਨਤੀਆਂ ਕਰ ਕਰਕੇ ਪੁੱਛਿਆ ਕਿਸ ਢੰਗ ਦੇ ਨਾਲ ਇਸ ਉੱਚੇ ਸੁੱਚੇ ਜੀਵਨ ਦੀ ਪ੍ਰਾਪਤੀ ਕੀਤੀ ਹੈ, ਕਿਵੇਂ ਹਿਰਦਿਓਂ ਗਾੜਾ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗਾ, ਪ੍ਰੇਮਾ ਭਗਤੀ ਦਾ ਰੰਗ ਕਿਵੇਂ ਚੜ੍ਹਿਆ ਹੈ। ਤੇ ਮਹਾਰਾਜ ਹੁਣ ਬਖਸ਼ਿਸ਼ ਕਰ ਰਹੇ ਹੈ ਕਿ ਹੇ ਜੀਵ ਰੂਪ ਸਖੀ, ਸੋਨਰੀ ਸਖੀ ਇਹ ਹਮਰੀ ਘਾਲ। ਜਿਹੜੀ ਅਸੀਂ ਘਾਲਣਾ ਘਾਲੀ ਹੈ ਨਾ ਜੀਵਨ ਦੇ ਵਿੱਚ, ਜਿਸ ਘਾਲਣ ਦੇ ਨਾਲ ਸਾਨੂੰ ਇਹ ਸਾਰੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਰੰਗ ਚੜ੍ਹਿਆ, ਹਿਰਦਿਓਂ ਪਰਮਾਤਮਾ ਦੇ ਚਰਨਾਂ ਦਾ ਪਿਆਰ ਲੱਗਾ ਹੈ, ਸੁਣਨਾ ਕਰ। ਪ੍ਰਭ ਆਪ ਸੀਗਾਰ ਸਵਾਰਨ ਹਾਰ। ਇਹ ਤਾਂ ਪ੍ਰਭੂ ਨੇ ਆਪ ਹੀ ਸਾਡੇ ਹਿਰਦੇ ਨੂੰ ਸਵਾਰਿਆ ਹੈ, ਸਾਡੇ ਹਿਰਦੇ ਨੂੰ ਉਜਲ ਕੀਤਾ ਹੈ, ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਸਾਡੇ ਵੱਲ ਦੇਖ ਕਰਕੇ। ਆਪ ਹੀ ਜਿਹੜਾ ਪਰਮੇਸ਼ਰ ਸਭ ਜੀਵਾਂ ਨੂੰ ਸ਼ਿੰਗਾਰਨ ਵਾਲਾ, ਸਰਬ ਜੀਵਾਂ ਨੂੰ ਸਵਾਰਨ ਵਾਲਾ, ਉਸ ਪਰਮੇਸ਼ਰ ਨੇ ਸਾਡੇ ਹਿਰਦੇ ਅੰਦਰ ਸ਼ੁਭ ਗੁਣਾ ਰੂਪੀ ਗਹਿਣਿਆਂ ਦੇ ਨਾਲ ਸ਼ਿੰਗਾਰ ਕਰਕੇ ਸੁੰਦਰ ਬਣਾ ਦਿੱਤਾ ਹੈ। ਇਹ ਕੋਈ ਸਾਡੀ ਘਾਲਣਾ ਥੋੜਾ, ਸਾਡਾ ਕੋਈ ਬਲ ਥੋੜਾ ਸੀ ਕਿ ਅਸੀਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦੇ। ਪਰਮਾਤਮਾ ਨੇ ਆਪ ਤਰਸ ਕੀਤਾ, ਸਾਡੇ ਤੇ ਰਹਿਮਤ ਕੀਤੀ ਹੈ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਹੈ। ਨਹੀਂ ਤੇ ਸਾਧ ਸੰਗਤ ਜੀ, ਜੀਵਨ ਦੇ ਅੰਦਰ ਜ਼ਿੰਦਗੀ ਇਸੇ ਤਰ੍ਹਾਂ ਸੰਸਾਰ ਦੇ ਗੱਲਾਂ ਬਾਤਾਂ ਐਸ਼ੋ ਆਰਾਮ ਦੇ ਵਿੱਚ ਹੀ ਲੰਘਦੀ ਜਾਂਦੀ ਹੈ। ਬਿਨਾਂ ਭਾਗਾਂ ਤੋਂ ਪਰਮੇਸ਼ਰ ਦੀ ਬੰਦਗੀ ਨਹੀਂ ਹੋ ਸਕਦੀ, ਪਰਮਾਤਮਾ ਨੂੰ ਯਾਦ ਨਹੀਂ ਕੀਤਾ ਜਾ ਸਕਦਾ। ਇਹ ਪਰਮਾਤਮਾ ਜੀ ਦਾ ਤਰਸ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ। ਜੇ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਪਰਮਾਤਮਾ ਦੀ ਬੰਦਗੀ ਕਰਨ ਦਾ ਸ਼ੁਭ ਅਵਸਰ ਮਿਲਦਾ ਹੈ, ਮਹਾਰਾਜ ਕਹਿੰਦੇ ਜਾਣੋ ਕਿ ਪੂਰਬਲੇ ਭਾਗ ਜਾਗ ਪਏ ਹੈ। ਪਰਮਾਤਮਾ ਨੇ ਮਿਹਰ ਕੀਤੀ ਹੈ, ਇਹ ਵਾਹਿਗੁਰੂ ਦੀ ਬਖਸ਼ੀ ਹੋਈ ਦਾਤ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਸੁਨਰੀ ਸਖੀ ਇਹ ਹਮਰੀ ਕਾਲ, ਪ੍ਰਭ ਆਪ ਸਿਗਾਰ ਸਵਾਰਨ ਹਾਰ। ਪਰਮੇਸ਼ਰ ਨੇ ਆਪ ਹੀ ਸਾਡੇ ਹਿਰਦੇ ਨੂੰ ਸਵਾਰਨਾ ਕੀਤਾ ਹੈ। ਰਹਾਉ ਦੂਜਾ। ਇਹ ਦੂਜਾ ਰਹਾਉ ਉਚਾਰਨ ਕੀਤਾ। ਇਹ ਦੋ ਪੰਕਤੀਆਂ ਵਿੱਚ ਮਹਾਰਾਜ ਸਾਹਿਬ ਜੀ ਨੇ ਜਵਾਬ ਦਿੱਤਾ। ਜੋ ਪਹਿਲਾਂ ਜਗਿਆਸੂ ਰੂਪ ਸਖੀ ਨੇ ਪੁੱਛਿਆ, ਫਿਰ ਮਹਾਰਾਜ ਸਾਹਿਬ ਜੀ ਨੇ ਮਹਾਤਮਾ ਰੂਪ ਸਖੀ ਦੇ ਸੰਵਾਦ ਦੁਆਰਾ ਇਹ ਅਖੀਰਲੀਆਂ ਪੰਕਤੀਆਂ ਦੇ ਵਿੱਚ ਜਵਾਬ ਦਿੱਤਾ ਕਿ ਜਿਹੜੀ ਜ਼ਿੰਦਗੀ ਦੀ ਘਾਲਣਾ ਘਾਲੀ ਹੈ ਨਾ, ਇਹ ਸਾਡਾ ਕੋਈ ਜ਼ੋਰ ਨਹੀਂ ਸੀ, ਇਹ ਪਰਮਾਤਮਾ ਦੀ ਬਖਸ਼ਿਸ਼ ਸੀ। ਪਰਮਾਤਮਾ ਨੇ ਮਿਹਰ ਕੀਤੀ ਹੈ, ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜਿਆ ਹੈ। ਆਸਾ ਮਹੱਲਾ ਪੰਜਵਾ। ਦੁਖ ਘਨੋ ਜਬ ਹੋਤੇ ਦੂਰ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਅੰਦਰ ਜਗਿਆਸੂ ਮੁਖ ਦੁਆਰਾ ਫਰਮਾਨ ਕਰ ਰਹੇ ਹੈ, ਹੇ ਪ੍ਰਮਾਤਮਾ, ਜਦੋਂ ਆਪ ਜੀ ਸਾਡੇ ਹਿਰਦਿਓਂ ਦੂਰ ਹੁੰਦੇ ਸੀ ਨਾ, ਭਾਵ ਤੁਹਾਡੀ ਯਾਦ ਨਹੀਂ ਸੀ ਸਾਡੇ ਹਿਰਦੇ ਵਿੱਚ ਆਉਂਦੀ, ਮਹਾਰਾਜ ਦੁੱਖ ਘਨੋ, ਘਣੇ ਭਾਵ ਬਹੁਤ ਜ਼ਿਆਦਾ ਸਾਨੂੰ ਦੁੱਖ ਲੱਗਦੇ ਸਨ। ਜ਼ਿੰਦਗੀ ਸਾਰੀ ਦੁੱਖਾਂ ਦੇ ਵਿੱਚ ਹੀ ਮਹਾਰਾਜ ਹਰ ਸਮੇਂ ਘਿਰੀ ਰਹਿੰਦੀ ਸੀ। ਜੀਵਨ ਹੀ ਮਹਾਰਾਜ ਸਾਰਾ ਦੁੱਖਾਂ ਦੇ ਵਿੱਚ ਹਰ ਸਮੇਂ ਮਿਲਿਆ ਰਹਿੰਦਾ ਸੀ। ਦੁਖੀ ਹੋ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ ਸਾਂ। ਦੁੱਖ ਘਨੋ ਜਬ ਹੋਤੇ ਦੂਰ, ਮਹਾਰਾਜ ਉਹਨਾਂ ਸਮਾਂ ਦੁਖਦਾਇਕ ਹੀ ਸਾਡਾ ਜੀਵਨ ਰਹਿਣਾ ਕੀਤਾ ਹੈ ਜਦੋਂ ਆਪ ਜੀ ਸਾਡੇ ਹਿਰਦਿਓਂ ਦੂਰ ਰਹੇ ਹੋ, ਜਦੋਂ ਆਪ ਜੀ ਦੀ ਯਾਦ ਸਾਡੇ ਹਿਰਦੇ ਵਿੱਚ ਨਹੀਂ ਆਉਂਦੀ ਸੀ। ਅਬ ਮਸਲਤ ਮੋਹਿ ਮਿਲੀ ਹਦੂਰ। ਪਰ ਹੁਣ ਹਦੂਰ ਆਪ ਜੀ ਨੂੰ ਪਾਸ ਜਾਣਨ ਦੀ ਸਾਨੂੰ ਸਲਾਹ ਮਿਲ ਗਈ ਹੈ। ਪੂਰੇ ਸਤਿਗੁਰੂ ਜੀ ਤੋਂ ਸਾਨੂੰ ਸਿੱਖਿਆ ਪ੍ਰਾਪਤ ਹੋ ਗਈ ਹੈ। ਮਹਾਰਾਜ ਸਾਨੂੰ ਹੁਣ ਚੰਗੀ ਸਲਾਹ ਮਿਲ ਗਈ ਗਰੀਬ ਨਵਾਜ ਸਤਿਗੁਰੂ ਜੀ ਪਾਸੋਂ ਕਿ ਪਰਮਾਤਮਾ ਸਦਾ ਹੀ ਜੀਵ ਤੇਰੇ ਅੰਦਰ ਵਸਦਾ।
ਪਰਮੇਸ਼ਰ ਸਦਾ ਹੀ ਤੇਰੇ ਨੇੜੇ ਵਸਦਾ ਹੈ। ਐਸਾ ਪਰਮਾਤਮਾ ਹੈ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। ਉਹ ਪਰਮੇਸ਼ਰ ਤੇਰੇ ਤੋਂ ਦੂਰ ਜਾਣ ਵਾਲਾ ਨਹੀਂ ਹੈ। ਹੇ ਜੀਵ, ਤੂੰ ਆਪ ਹੀ ਬਾਹਰ ਭੱਜਾ ਫਿਰਦਾ, ਆਪ ਹੀ ਪਰਮਾਤਮਾ ਦੀ ਬੰਦਗੀ ਕਰਨੇ ਤੋਂ ਅਵੇਸਲਾ ਹੋ ਕਰਕੇ ਰਹਿੰਦਾ, ਆਪ ਹੀ ਰੱਬ ਨੂੰ ਚੇਤੇ ਕਰਨੇ ਤੋਂ ਮੁਨਕਰ ਹੋਣ ਦਾ ਬਾਰ-ਬਾਰ ਯਤਨ ਕਰਦਾ ਰਹਿੰਦਾ ਹੈ। ਪਰਮਾਤਮਾ ਤਾਂ ਸਦਾ ਤੇਰੇ ਨੇੜੇ ਵਸਦਾ ਹੈ। ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਧ ਹੈ ਨਾ ਘਾਟ ਬਾਧ ਹੋਤ ਹੈ। ਸਭ ਥਾਵਾਂ ਤੇ ਉਹ ਪਰਮਾਤਮਾ ਸਮਗਰ ਰੂਪ ਦੇ ਵਿੱਚ ਵਰਤ ਰਿਹਾ ਹੈ। ਇਸ ਲਈ ਮਹਾਰਾਜ ਕਹਿੰਦੇ ਅਬ ਮਸਲਤ ਮੋਹ ਮਿਲੀ ਹਦੂਰ। ਮਹਾਰਾਜ ਹੁਣ ਤਾਂ ਸਾਨੂੰ ਪੂਰੇ ਸਤਿਗੁਰੂ ਜੀ ਪਾਸੋਂ ਚੰਗੀ ਸਲਾਹ ਪ੍ਰਾਪਤ ਹੋ ਗਈ ਹੈ। ਹੁਣ ਮਹਾਰਾਜ ਪਰਮੇਸ਼ਰ ਸਦਾ ਹੀ ਸਾਡੇ ਹਦੂਰ ਵਸਦਾ ਹੈ। ਚੁੱਕਾ ਨਿਹੋਰਾ ਸਖੀ ਸਹੇਰੀ। ਹੇ ਸਖੀਓ, ਹੇ ਸ਼ੁਭ ਗੁਣਾ ਵਾਲੀ ਹੈ ਸੰਸਾਰ ਦੀ ਸਹੇਲੀਓ, ਜਾਂ ਫਿਰ ਇੰਦਰੀਆਂ ਰੂਪ ਸਖੀਓ। ਜਿਹੜਾ ਸਾਡੇ ਮਨ ਦਾ ਨਿਹੋਰਾ ਭੈ ਸੀ ਨਾ, ਸ਼ੰਕਾ ਬਣਿਆ ਰਹਿੰਦਾ ਸੀ ਹਰ ਸਮੇਂ ਕਿ ਪ੍ਰਮਾਤਮਾ ਸਾਨੂੰ ਪ੍ਰਾਪਤ ਹੋਵੇਗਾ, ਵਾਹਿਗੁਰੂ ਜੀ ਦੀ ਬੰਦਗੀ ਦਾ ਆਤਮਿਕ ਸੁੱਖ ਸਾਨੂੰ ਪ੍ਰਾਪਤ ਹੋਵੇਗਾ, ਉਹ ਸਭ ਨਿਹੋਰਾ ਚੁੱਕ ਗਿਆ ਹੈ, ਸਭ ਦੂਰ ਹੋ ਗਿਆ ਹੈ। ਭਰਮ ਗਿਆ ਗੁਰ ਪਿਰ ਸੰਗ ਮੇਰੀ। ਪੂਰੇ ਸਤਿਗੁਰੂ ਜੀ ਨੇ ਸਾਨੂੰ ਪਿਰ ਪਤੀ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ, ਕਿਉਂਕਿ ਸਾਡੇ ਮਨ ਦਾ ਜਿਹੜਾ ਭਰਮ ਰੂਪ ਪਿਆ ਹੋਇਆ ਮੱਤ ਤੇ ਪੜਦਾ ਸੀ ਚਲਾ ਗਿਆ। ਜਿਸ ਭਰਮ ਦੇ ਪੜਦੇ ਕਰਕੇ ਸੰਸਾਰ ਨੂੰ ਸਤ ਮੰਨਦੇ ਸਾਂ, ਪਰਮਾਤਮਾ ਤੇ ਸ਼ੱਕ ਕਰਦੇ ਸਾਂ, ਵਾਹਿਗੁਰੂ ਦੀ ਬੰਦਗੀ ਤੇ ਪਰਮੇਸ਼ਰ ਦੇ ਨਾਮ ਭਜਨ ਤੇ ਵੀ ਮੈਨੂੰ ਬਾਰ-ਬਾਰ ਸ਼ੱਕ ਆਉਂਦਾ ਸੀ ਕਿ ਇੰਨਾ ਸਮਾਂ ਨਾਮ ਜਪਿਆ, ਪਤਾ ਨਹੀਂ ਮੈਨੂੰ ਅਜੇ ਤੱਕ ਕੁਝ ਮਿਲਿਆ ਹੀ ਨਹੀਂ। ਮੈਂ ਗੁਰਬਾਣੀ ਪੜਾਂਗਾ, ਸਿਮਰਨ ਕਰਾਂਗਾ, ਸੇਵਾ ਕਰਾਂਗਾ, ਮੈਨੂੰ ਕੁਝ ਮਿਲਣਾ ਵੀ ਹੈ ਕਿ ਨਹੀਂ ਮਿਲਣਾ। ਇਹ ਮਨ ਦੇ ਅੰਦਰ ਜਿਹੜੇ ਭਰਮ ਪਏ ਰਹਿੰਦੇ ਆ, ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਇਹਨਾਂ ਭਰਮਾਂ ਨੂੰ ਦੂਰ ਕਰਨ ਵਾਲੇ ਆ। ਭਰਮ ਗਿਆ ਗੁਰ ਪਿਰ ਸੰਗ ਮੇਰੀ। ਜਦੋਂ ਜੀਵ ਰੂਪ ਸਖੀ ਦਾ ਭਰਮ ਰੂਪੀ ਪੜਦਾ ਚਲਾ ਗਿਆ, ਫਿਰ ਪੂਰੇ ਸਤਿਗੁਰਾਂ ਨੇ ਫਿਰ ਪਰਮੇਸ਼ਰ ਮਾਲਕ ਦੇ ਨਾਲ ਜੀਵ ਸਖੀ ਨੂੰ ਮਿਲਾ ਦਿੱਤਾ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਨਿਕਟ ਆਨ ਪ੍ਰਿਯ ਸੇਜ ਧਰੀ। ਜੋ ਨਿਕਟ ਆਨ ਭਾਵ ਨਿਕਟਵਰਤੀ ਹੋਣੇ ਕਰਕੇ, ਹਿਰਦਿਓਂ ਪਰਮਾਤਮਾ ਦੀ ਨੇੜਤਾ ਹੋਣੇ ਕਰਕੇ ਪ੍ਰਿਯ ਸੇਜ ਧਰੀ। ਪਰਮਾਤਮਾ ਨੇ ਆਪਣੀ ਸੇਜਾ ਤੇ ਸਾਨੂੰ ਧਰੀ ਧਾਰਨ ਕਰ ਲਿਆ ਹੈ, ਅਥਵਾ ਪਰਮਾਤਮਾ ਦੀ ਨੇੜਤਾ ਬਣਨੇ ਕਰਕੇ ਹਿਰਦੇ ਰੂਪ ਜਿਹੜੀ ਸਾਧ ਸੰਗਤ ਦੀ ਸ਼ਰਧਾ ਦੀ ਸੇਜ ਵਿਛਾਈ ਹੈ ਨਾ, ਅਕਾਲ ਪੁਰਖ ਪਰਮਾਤਮਾ ਨੇ ਇਹਦੇ ਤੇ ਧਾਰਨ ਕਰ ਲਿਆ, ਭਾਵ ਸਾਡੀ ਸ਼ਰਧਾ ਦੀ ਸੇਜ ਨੂੰ ਧਾਰਨ ਕਰ ਲਿਆ। ਵਾਹਿਗੁਰੂ ਨੇ ਸਾਡੇ ਹਿਰਦੇ ਦੇ ਅੰਦਰ ਨਿਵਾਸ ਕਰ ਲਿਆ ਹੈ। ਕਾਣ ਕੱਢਣ ਤੇ ਛੂਟ ਭਰੀ। ਤੇ ਜਿਹੜੀ ਸੰਸਾਰ ਦੀ ਕਾਣ ਕਨੌਟ ਸੀ ਨਾ, ਲੋਕ ਲੱਜਾ ਸੀ ਕਿ ਪ੍ਰਮਾਤਮਾ ਦੀ ਬੰਦਗੀ ਕਰਾਂਗਾ ਤੇ ਲੋਕ ਮੈਨੂੰ ਕੀ ਆਖਣਗੇ, ਕੀ ਹੁਣ ਬਾਬਾ ਬਣ ਗਿਆ, ਇਹ ਹੁਣ ਗੁਰੂ ਘਰ ਜਾਣ ਲੱਗ ਪਿਆ। ਇਹ ਤਾਂ ਪਹਿਲਾਂ ਬੜੇ ਸੰਸਾਰ ਦੇ ਮਾੜੇ ਕਰਮ ਕਰਦਾ ਰਿਹਾ, ਬੜੀਆਂ ਚੋਰੀਆਂ ਜਾਰੀਆਂ ਕਰਦਾ ਰਿਹਾ, ਸੰਸਾਰ ਦੇ ਪਾਪ ਕਰਮ ਕਰਦਾ ਰਿਹਾ। ਹੁਣ ਦੇਖ ਕਿੱਡਾ ਇਹ ਬੰਦਗੀ ਵਾਲਾ ਬਣ ਗਿਆ ਹੈ। ਪਰ ਮਹਾਰਾਜ ਕਹਿੰਦੇ ਪਰਮਾਤਮਾ ਨੇ ਐਸੀ ਕਿਰਪਾ ਕੀਤੀ, ਸਾਰੀ ਕਾਨ ਕਨੌਟ ਜਗਤ ਦੀ ਲੋਕ ਲੱਜਾ ਵੀ ਸਾਡੇ ਹਿਰਦਿਓਂ ਦੂਰ ਕਰ ਦਿੱਤੀ ਹੈ। ਗੁਰੂ ਘਰ ਤਾਂ ਮਹਾਰਾਜ ਜੀ ਦੀ ਸਤ ਸੰਗਤ ਦੇ ਵਿੱਚ ਤਾਂ ਇਵੇਂ ਹੈ ਕਿ ਜਦ ਜਾਗੇ ਤਦ ਸਵੇਰਾ, ਵੀ ਜਦੋਂ ਜਾਗ ਪਏ ਉਦੋਂ ਸਵੇਰਾ ਹੀ ਹੈ। ਜ਼ਿੰਦਗੀ ਵਿੱਚ ਪਤਾ ਨਹੀਂ ਕਿਹੜੇ ਵੇਲੇ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੋ ਜਾਣੀ ਹੈ, ਕਿਹੜੇ ਸਮੇਂ ਵਾਹਿਗੁਰੂ ਨੇ ਤੇਰੇ ਤੇ ਇਹ ਜੀਵ ਮਿਹਰ ਕਰ ਦੇਣੀ ਹੈ। ਇਹ ਸੰਸਾਰ ਦੀ ਕਾਨ ਕਨੌਟ ਮਹਾਰਾਜ ਕਹਿੰਦੇ ਸਭ ਛੁੱਟ ਜਾਂਦੀ ਜੇ ਵਾਹਿਗੁਰੂ ਕਿਰਪਾ ਕਰ ਦਿੰਦਾ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਐਸੀ ਭਾਵਨਾ ਬਣ ਜਾਂਦੀ ਹੈ ਨਾ, ਸੱਚੀ ਸੁੱਚੀ ਸ਼ਰਧਾ ਤੇ ਭਾਵਨਾ ਕਰਕੇ ਫਿਰ ਮਹਾਰਾਜ ਦੇ ਸਨਮੁਖ ਹੋ ਕੇ ਬੇਨਤੀਆਂ ਕਰਦੇ ਨੇ, हे ਮਹਾਰਾਜ ਕੋਈ ਭਲਾ ਕਹਾਓ ਭਾਵੇਂ ਬੁਰਾ ਕਹਾਓ, ਹਮ ਤਨ ਦੀਓ ਹੈ ਢਾਰ। ਸਾਨੂੰ ਭਲਾ ਕਹੇ ਭਾਵੇਂ ਕੋਈ ਬੁਰਾ ਆਖੀ ਜਾਵੇ, ਕੋਈ ਪਰਵਾਹ ਨਹੀਂ ਸੰਸਾਰ ਦੇ ਲੋਕਾਂ ਦੀ। ਮਹਾਰਾਜ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ। ਪਰਮੇਸ਼ਰ ਆਪ ਦੀ ਸਾਡੇ ਵੱਲੋਂ, ਸਾਨੂੰ ਕਿਸੇ ਦੇ ਅਧੀਨਗੀ ਕਰਨ ਦੀ ਕੀ ਲੋੜ ਹੈ।
ਸੰਸਾਰ ਦੀ ਲੋਕ ਲੱਜਾ ਦੀ ਸਾਨੂੰ ਕੋਈ ਪਰਵਾਹ ਨਹੀਂ ਹੈ। ਮੰਦਰ ਮੇਰਾ ਸ਼ਬਦ ਉਜਾਰਾ, ਸਾਡੇ ਹਿਰਦੇ ਰੂਪੀ ਮੰਦਰ ਮਹਿਲ ਦੇ ਅੰਦਰ ਹੁਣ ਗਿਆਨ ਦਾ ਪ੍ਰਕਾਸ਼ ਹੋ ਗਿਆ। ਉਜਾਰਾ ਨਾਮ ਉਜਾਲੇ ਦਾ ਪ੍ਰਕਾਸ਼ ਦਾ ਹੈ। ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਗਿਆਨ ਦਾ ਦੀਵਾ ਬਾਲ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਆਨੰਦ ਬਿਨੋਦੀ ਖਸਮ ਹਮਾਰਾ, ਵਿਨੋਦੀ ਚੋਜ ਕਰਨ ਵਾਲਾ ਤੇ ਆਨੰਦਦਾਇਕ ਜੋ ਸਾਡਾ ਮਾਲਕ ਪਰਮੇਸ਼ਰ ਹੈ, ਸਾਡੇ ਹਿਰਦਿਓਂ ਹੀ ਸਾਨੂੰ ਨਜ਼ਰ ਆਉਣ ਲੱਗ ਪਿਆ। ਅਗਿਆਨ ਦੇ ਹਨੇਰੇ ਕਰਕੇ ਪ੍ਰਮਾਤਮਾ ਅੰਦਰ ਬੈਠਾ ਹੋਇਆ ਦਿਸਦਾ ਨਹੀਂ ਸੀ, ਪਰ ਆਨੰਦ ਬਿਨੋਦੀ ਖਸਮ ਹਮਾਰਾ, ਹਿਰਦੇ ਅੰਦਰ ਪ੍ਰਕਾਸ਼ ਹੋਣੇ ਕਰਕੇ ਪ੍ਰਮਾਤਮਾ ਸਾਨੂੰ ਹਿਰਦੇ ਹੀ ਨਜ਼ਰ ਆਉਣ ਲੱਗ ਪਿਆ। ਜਿਸ ਦੀ ਬਾਹਰ ਭਾਲ ਕਰਦੇ ਫਿਰਦੇ ਸਾਂ, ਦਰ ਦਰ ਤੇ ਠੋਕਰਾਂ ਖਾਂਦੇ ਸਾਂ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਬਾਰ-ਬਾਰ ਭਟਕਦੇ ਰਹਿੰਦੇ ਸਾਂ, ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਹੈ, ਹਿਰਦੇ ਅੰਦਰ ਹੀ ਪ੍ਰਮਾਤਮਾ ਨੇ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ੇ ਹਨ। ਮਸਤਕ ਭਾਗ ਮੈਂ ਫਿਰ ਘਰ ਆਇਆ, ਸਤਿਗੁਰੂ ਜੀ ਜੁਗਿਆਸੂ ਰੂਪ ਸਖੀ ਦੁਆਰਾ ਫਰਮਾਨ ਕਰ ਰਹੇ ਨੇ ਨਿਮਰਤਾ ਦੇ ਘਰ ਵਿੱਚ ਆ ਕੇ। ਕਹਿੰਦੇ ਮਸਤਕ ਭਾਗ ਮੈਂ ਫਿਰ ਘਰ ਆਇਆ, ਮੇਰੇ ਪੂਰਬਲੇ ਭਾਗ ਜਾਗ ਪਏ ਮਸਤਕ ਦੇ। ਪ੍ਰਮਾਤਮਾ ਨੇ ਜਿਹੜੇ ਪੂਰਬਲੇ ਚੰਗੇ ਸੰਸਕਾਰ, ਪੂਰਬਲੇ ਚੰਗੇ ਭਾਗ ਮਸਤਕ ਦੇ ਲਿਖ ਕਰਕੇ ਪਾਏ ਸਨ, ਜਿਸ ਕਰਕੇ ਮੇਰੇ ਹਿਰਦੇ ਰੂਪ ਘਰ ਦੇ ਵਿੱਚ ਫਿਰ ਪਤੀ ਪਰਮੇਸ਼ਰ ਮਾਲਕ ਆ ਗਿਆ, ਸਾਖਸ਼ਾਤ ਹੋ ਗਿਆ ਹੈ। ਅਥਵਾ ਮੈਂ ਫਿਰ ਘਰ ਆਇਆ, ਮੈਂ ਆਪਣੇ ਬਾਤ ਦਾ ਵਾਚਕ ਹੈ। ਤੇ ਜਗਿਆਸੂ ਮੁਖ ਦੁਆਰਾ ਮਹਾਰਾਜ ਕਹਿੰਦੇ ਮੇਰੇ ਮਸਤਕ ਦੇ ਭਾਗ ਜਾਗ ਪਏ ਐ। ਮੈਂ ਐਵੇਂ ਪਰਾਏ ਘਰਾਂ ਦੇ ਸੰਸਾਰ ਦੇ ਅੰਦਰ ਭਟਕਦਾ ਰਹਿੰਦਾ ਸਾਂ, ਦਰ ਦਰ ਤੇ ਠੋਕਰਾਂ ਖਾਂਦਾ ਰਹਿੰਦਾ ਸਾਂ। ਹੁਣ ਅਸਲ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਆਉਣਾ ਕੀਤਾ। ਸੰਸਾਰ ਦੇ ਮਹਿਲ ਮਾੜੀਆਂ ਨੂੰ ਆਪਣਾ ਅਸਲ ਘਰ ਮੰਨੀ ਬੈਠਾ ਸਾਂ, ਪਰ ਉਹ ਮੇਰੇ ਮਨ ਦਾ ਭਰਮ ਸੀਗਾ। ਪੂਰਬਲੇ ਭਾਗ ਜਾਗ ਪਏ, ਹੁਣ ਸਵੈ ਸਰੂਪ ਰੂਪੀ ਘਰ ਦੇ ਵਿੱਚ ਆਵਣਾ ਕੀਤਾ ਹੈ। ਥਿਰ ਸੁਹਾਗ ਨਾਨਕ ਜਨ ਪਾਇਆ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੁਣ ਪਰਮੇਸ਼ਰ ਦੀ ਪ੍ਰਾਪਤੀ ਹੋਣੇ ਕਰਕੇ ਥਿਰ ਸੁਹਾਗ ਜਿਹੜਾ ਆਨੰਦ ਹੈ ਨਾ, ਹੁਣ ਟਿਕ ਗਿਆ, ਭਾਵ ਕਿਤੇ ਵੀ ਜਾਣ ਵਾਲਾ ਨਹੀਂ ਹੈ। ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਸੁਹਾਗ ਆਨੰਦ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਜੀ ਦਾ ਜਿਹੜਾ ਰਸ ਹੈ, ਆਨੰਦ ਹੈ, ਰਹੱਸ ਹੈ, ਉਹ ਟਿਕ ਗਿਆ, ਹੁਣ ਕਿਤੇ ਵੀ ਜਾਣ ਵਾਲਾ ਨਹੀਂ ਹੈ। ਕਿਉਂਕਿ ਸਾਨੂੰ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ। ਉਸ ਵਾਹਿਗੁਰੂ ਦੀ ਪ੍ਰਾਪਤੀ ਹੋਣੇ ਕਰਕੇ ਹੁਣ ਕਿਤੇ ਵੀ ਭਟਕਣ ਵਾਲੇ ਨਹੀਂ ਆ, ਦਰ ਦਰ ਤੇ ਠੋਕਰਾਂ ਖਾਣ ਵਾਲੇ ਨਹੀਂ ਹਾਂ। ਆਸਾ ਮਹੱਲਾ ਪੰਜਵਾ, ਸਾਚ ਨਾਮ ਮੇਰਾ ਮਨ ਲਾਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜੂਰ ਜਿਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾ ਰਹੇ ਸਨ, ਬਹੁਤ ਸਾਰੀਆਂ ਸਿੱਖ ਸੰਗਤਾਂ ਬੜੇ ਪਿਆਰ ਸ਼ਰਧਾ ਭਾਵਨਾ ਸਹਿਤ ਗੁਰੂ ਚਰਨਾਂ ਦੀ, ਗੁਰੂ ਘਰ ਦੀ ਸੇਵਾ ਕਰ ਰਹੇ ਨੇ। ਤੇ ਕੁਝ ਜਿਹੜੇ ਸਾਧ ਸੰਗਤ ਜੀ ਮਜ਼ਦੂਰੀ ਲੈਣ ਵਾਲੇ ਦਿਹਾੜੀਦਾਰ ਕੋਈ ਲੋਕ ਉੱਥੇ ਸੇਵਾ ਕਰ ਰਹੇ ਸਨ, ਉਹ ਆਪ ਵੀ ਗੱਲਾਂ ਬਾਤਾਂ ਕਰੀ ਜਾਂਦੇ ਸਨ। ਸੇਵਾ ਕਰਨੇ ਤੋਂ ਆਪ ਵੀ ਅਵੇਸਲੇ ਹੋ ਕਰਕੇ, ਆਲਸੀ ਹੋ ਕਰਕੇ ਬੈਠੇ। ਤੇ ਜਿਹੜੇ ਕੋਈ ਸੰਗਤ ਵਿੱਚ ਭਾਵਨਾ ਦੇ ਨਾਲ ਨਿਸ਼ਕਾਮ ਸੇਵਾ ਕਰ ਰਹੇ, ਉਹਨਾਂ ਨੂੰ ਵੀ ਗੱਲਾਂ ਬਾਤਾਂ ਵਿੱਚ ਲਗਾਇਆ ਹੋਇਆ ਸੀ। ਉਹਨਾਂ ਨੂੰ ਵੀ ਆਪਣੇ ਚਾਟੇ ਲਾ ਕੇ ਗੱਲਾਂ ਵਿੱਚ ਰੁਝਾਇਆ। ਤੇ ਕੁਝ ਪ੍ਰੇਮੀ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ, ਹੇ ਗਰੀਬ ਨਵਾਜ ਸਤਿਗੁਰੂ ਜੀਓ, ਇਹ ਜਿਹੜੇ ਕੋਈ ਮਜ਼ਦੂਰ ਹੈ ਨਾ ਮਹਾਰਾਜ, ਮਜ਼ਦੂਰੀ ਲੈ ਕੇ ਕੰਮ ਕਰਦੇ ਹੈ, ਉਹ ਨਾ ਤਾਂ ਆਪ ਕੁਝ ਕਰਦੇ ਹੈ ਤੇ ਨਾ ਸੰਗਤਾਂ ਨੂੰ, ਸਿੱਖਾਂ ਨੂੰ ਕੁਝ ਕਰਨ ਦਿੰਦੇ। ਉਹਨਾਂ ਨੂੰ ਆਪਣੇ ਚਾਟੇ ਲਾਈ ਰੱਖਦੇ ਨੇ। ਉਹਨਾਂ ਨੂੰ ਵੀ ਮਹਾਰਾਜ ਸੇਵਾ ਕਰਨ ਤੋਂ ਟਾਲ ਕੇ ਰੱਖਦੇ, ਰੋਕ ਕਰਕੇ ਰੱਖਦੇ। ਆਪ ਜੀ ਉਹਨਾਂ ਨੂੰ ਤਾੜ ਕਰਕੇ ਮਹਾਰਾਜ ਬਚਨ ਕਰੋ। ਜਦੋਂ ਹਜੂਰ ਨੇ ਉਹਨਾਂ ਨੂੰ ਪਾਸ ਬੁਲਾਇਆ ਤੇ ਸਤਿਗੁਰੂ ਜੀ ਨੇ ਬੜੇ ਤਾੜਨਾ ਭਰੇ ਬਚਨ ਕਹੇ ਹੈ, ਕਿਉਂਕਿ ਮਹਾਰਾਜ ਆਪ ਨਿਗਰਾਨੀ ਹੇਠ ਗਰੀਬ ਨਵਾਜ ਸਤਿਗੁਰੂ ਜੀ ਸੇਵਾ ਕਰਾਉਂਦੇ ਹੈ। ਜਿੱਥੇ ਬਾਬਾ ਬੁੱਢਾ ਜੀ ਆਦਿਕ ਮੁਖੀ ਸਿੱਖ ਮਹਾਰਾਜ ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਸੇਵਾ ਕਰਵਾਉਂਦੇ, ਉੱਥੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਵੀ ਸੇਵਾ ਕਰਵਾਉਂਦੇ ਹਨ। ਜਦੋਂ ਹਜੂਰ ਨੇ ਤਾੜਨਾ ਭਰੇ ਬਚਨ ਕੀਤੇ, ਉੱਥੇ ਇੱਕ ਸਾਧੂ ਆਇਆ, ਸਾਧ ਸੰਗਤ ਜੀ, ਸੀਤਲ ਦਾਸ ਉਹਦਾ ਨਾਮ ਸੀ। ਉਹ ਮਹਾਰਾਜ ਵੱਲ ਦੇਖ ਕਰਕੇ ਨਾ, ਹਜੂਰ ਦਾ ਐਸਾ ਸੁਭਾਅ ਦੇਖ ਕੇ
ਕਹਿਣ ਲੱਗਾ, ਮਹਾਰਾਜ ਤੁਸੀਂ ਅੱਗ ਵੀ ਸੇਕ ਲੈਂਦੇ ਹੋ? ਗੁੱਜਾ ਪੇ ਰਮਜ ਮਾਰੀ ਉਸਨੇ, ਰਮਜ ਦੇ ਬਚਨ ਕੀਤੇ, ਮਹਾਰਾਜ ਤੁਸੀਂ ਅੱਗ ਵੀ ਸੇਕ ਲੈਂਦੇ ਹੋ? ਤੇ ਅੰਤਰਜਾਮੀ ਸਤਿਗੁਰਾਂ ਨੇ ਦੇਖਿਆ ਕਿੱਥੋਂ ਬੋਲਦਾ ਪਿਆ। ਕਹਿਣ ਲੱਗੇ, ਇਹ ਸਾਧੂ ਜੀ ਇਹ ਤਾਂ ਕੇਵਲ ਉੱਪਰਾ ਹੀ ਸੁਭਾਅ ਹੈ, ਅੰਦਰੋਂ ਤਾਂ ਸਭ ਦੇ ਚਰਨਾਂ ਦੀ ਧੂੜ ਬਣ ਕਰਕੇ ਰਹਿੰਦੇ ਹਾਂ। ਹਿਰਦੇ ਕਰਕੇ ਅਸੀਂ ਸਾਰੀ ਸੰਗਤ ਦੇ ਸਭ ਦੇ ਚਰਨਾਂ ਦੀ ਧੂੜ ਹੋ ਕਰਕੇ ਰਹਿੰਦੇ ਹਾਂ। ਬਾਹਰੋਂ ਇਹ ਤਾੜ ਨਾ ਭਰੇ ਅਸੀਂ ਵਚਨ ਕੀਤੇ ਹੈ, ਇਹ ਤਾਂ ਕੇਵਲ ਜਿਵੇਂ ਵਿਖਾਵਾ ਹੁੰਦਾ ਹੈ ਨਾ, ਇਸ ਢੰਗ ਦੇ ਨਾਲ ਮਹਾਰਾਜ ਕਹਿੰਦੇ ਅਸੀਂ ਵਚਨ ਕੀਤੇ ਹੈ। ਸਾਡੇ ਮੁਖ ਵੱਲ ਸਾਡੇ ਦੇਖ ਕਰਕੇ, ਸਾਡੇ ਬੋਲਾਂ ਨੂੰ ਸੁਣ ਕੇ ਤੁਸੀਂ ਸਾਡੇ ਤੇ ਸ਼ੱਕ ਕਰਨ ਲੱਗ ਪਏ ਹੋ। ਕਹੀ ਜਾਂਦੇ ਹੋ ਕਿ ਤੁਸੀਂ ਅੱਗ ਸੇਕ ਲੈਂਦੇ, ਭਾਵ ਕਿ ਕ੍ਰੋਧ ਵੀ ਧਾਰਨ ਕਰ ਲੈਂਦੇ ਹੋ, ਤੁਸੀਂ ਗੁੱਸੇ ਨੂੰ ਵੀ ਧਾਰਨ ਕਰ ਲੈਂਦੇ ਹੋ। ਮਹਾਰਾਜ ਨੇ ਇਹ ਸ਼ਬਦ ਦੁਆਰਾ ਉਸ ਸਮੇਂ ਸਾਧੂ ਨੂੰ ਉਪਦੇਸ਼ ਦਿੱਤਾ ਹੈ। ਹਜੂਰ ਬਖਸ਼ਿਸ਼ ਕਰਦੇ ਹਨ, ਸਾਚ ਨਾਮ ਮੇਰਾ ਮਨ ਲਾਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਹੈ ਸਾਧੂ ਜਾਨਾ ਸੱਚੇ ਨਾਮ ਦੇ ਨਾਲ ਸਾਡਾ ਮਨ ਲੱਗਾ ਰਹਿੰਦਾ ਹੈ। ਲੋਗਨ ਸਿਓ ਮੇਰਾ ਠਾਠਾ ਬਾਗਾ। ਇਸ ਸੰਸਾਰ ਦੇ ਲੋਕਾਂ ਦੇ ਨਾਲ ਤਾਂ ਸਾਡਾ ਠਾਠਾ ਬਾਗਾ, ਬਾਗਾ ਨਾਮ ਬਚਨਾਂ ਦਾ ਹੈ, ਤੇ ਠਾਠਾ ਨਾਮ ਸਾਧ ਸੰਗਤ ਜੀ ਬਣਾਵਟ ਦਾ ਹੈ। ਜਿਵੇਂ ਕੋਈ ਬਣਾਵਟ ਬਣਾਈ ਹੋਵੇ ਨਾ, ਉਹ ਅਸਲ ਨਹੀਂ ਹੁੰਦੀ। ਅਸਲ ਦੀ ਕੋਈ ਸਾਧ ਸੰਗਤ ਜੀ ਜੋ ਵੱਖਰੀ ਪਹਿਚਾਣ ਹੁੰਦੀ ਹੈ। ਤੇ ਮਹਾਰਾਜ ਕਹਿੰਦੇ, ਲੋਗਨ ਸਿਓ ਮੇਰਾ ਠਾਠਾ ਬਾਗਾ। ਹੇ ਸਾਧੂ ਜਨ, ਇਸ ਸੰਸਾਰ ਦੇ ਲੋਕਾਂ ਦੇ ਨਾਲ ਤਾਂ ਸਾਡੀ ਜਿਹੜੀ ਇਹ ਬਣਾਵਟ ਦੇ ਬਚਨ ਹੈ, ਅਸਲ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਨਾਲ, ਸਾਚ ਨਾਮ ਮੇਰਾ ਮਨ ਲਾਗਾ, ਸੱਚੇ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਸਾਡਾ ਮਨ ਲੱਗਾ ਰਹਿੰਦਾ। ਇਹ ਜਿਹੜੇ ਇਹ ਮਜ਼ਦੂਰਾਂ ਨੂੰ ਗੁੱਸੇ ਦੇ ਬਚਨ ਕੀਤੇ ਨਾ, ਤਾੜਨਾ ਦੇ ਬਚਨ, ਇਹ ਤਾਂ ਕੇਵਲ ਬਣਾਵਟ ਦੇ ਬਚਨ ਹੈ। ਹਿਰਦਿਓਂ ਸਭ ਸੰਗਤ ਦੇ ਅਸੀਂ ਚਰਨਾਂ ਦੀ ਧੂੜ ਹੋ ਕਰਕੇ ਰਹਿੰਦੇ ਹਾਂ। ਬਾਹਰ ਸੂਤ ਸਗਲ ਸਿਓ ਮੌਲਾ। ਬਾਹਰੋਂ ਤਾਂ ਕੇਵਲ ਸੂਤਰ ਦੀ ਤਰ੍ਹਾਂ ਹੈ, ਅੰਦਰੋਂ ਮਹਾਰਾਜ ਕਹਿੰਦੇ ਸੀ ਮੌਲਾ ਮਿਲੇ ਰਹਿੰਦੇ ਹਾਂ। ਪਰਮੇਸ਼ਰ ਦੇ ਚਰਨਾਂ ਦੇ ਨਾਲ ਸਾਡਾ ਮਨ ਮਿਲਿਆ ਰਹਿੰਦਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਮੌਲਿਆ ਰਹਿੰਦਾ, ਮਿਲਿਆ ਰਹਿੰਦਾ ਹੈ। ਅਲਿਪਤ ਰਹੋ ਜੈਸੇ ਜਲ ਮਹਿ ਕੌਲਾ। ਤੇ ਪਰਮਾਤਮਾ ਦੇ ਚਰਨਾਂ ਵਿੱਚ ਇਉਂ ਮਿਲੇ ਰਹਿੰਦੇ ਹਾਂ ਜਿਵੇਂ ਪਾਣੀ ਦੇ ਵਿੱਚ ਕਮਲ ਨਿਰਲੇਪ ਰਹਿੰਦਾ, ਪਾਣੀ ਵਿੱਚ ਹੁੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ। ਇਸੇ ਤਰ੍ਹਾਂ ਭਾਵੇਂ ਸੰਸਾਰ ਦੇ ਅੰਦਰ ਰਹਿੰਦੇ ਹਾਂ, ਜਿੰਨਾ ਮਰਜ਼ੀ ਪਦਾਰਥਾਂ ਰੂਪੀ ਪਾਣੀ ਆ ਜਾਵੇ, ਜਿੰਨੇ ਮਰਜ਼ੀ ਸੰਸਾਰ ਦੇ ਔਗਣਹਾਰ ਇਸ ਸੰਸਾਰ ਦੇ ਜੀਵ ਵੀ ਹੈ, ਪਰ ਸਭ ਦੇ ਵਿੱਚ ਰਹਿੰਦੇ ਹੋਏ ਵੀ ਅਸੀਂ ਕਮਲ ਦੀ ਤਰ੍ਹਾਂ ਨਿਰਲੇਪ ਰਹਿੰਦੇ ਹਾਂ। ਰਹਾਉ ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਮੁਖ ਕੀ ਬਾਤ ਸਗਲ ਸਿਓ ਕਰਤਾ। ਸਤਿਗੁਰੂ ਜੀ ਕਹਿੰਦੇ, ਜੋ ਪਰਮੇਸ਼ਰ ਦਾ ਪਿਆਰਾ ਹੁੰਦਾ ਹੈ ਨਾ, ਜੋ ਹਿਰਦਿਓਂ ਪਰਮੇਸ਼ਰ ਦੇ ਨਾਮ ਦੇ ਨਾਲ ਜਿਸ ਦਾ ਪਿਆਰ ਬਣਿਆ ਰਹਿੰਦਾ, ਉਹ ਤਾਂ ਮੁਖ ਕੀ ਬਾਤ ਸਗਲ ਸਿਓ ਕਰਤਾ। ਆਪਣੇ ਮੁਖ ਦੀਆਂ ਜਿਹੜੀਆਂ ਗੱਲਾਂ ਆ ਨਾ, ਉਹ ਭਾਵੇਂ ਸਾਰਿਆਂ ਦੇ ਨਾਲ ਕਰੀ ਜਾਂਦਾ, ਭਾਵੇਂ ਕੋਈ ਵੀ ਆਉਂਦਾ ਉਹਦੇ ਨਾਲ ਕੋਈ ਵਿਚਾਰ, ਕੋਈ ਚਰਚਾ ਕਰਨੀ ਹੈ, ਗੱਲਬਾਤ ਕਰਨੀ ਹੈ, ਬਾਹਰੀ ਮੁਖ ਦੁਆਰਾ ਭਾਵੇਂ ਸੰਸਾਰ ਦੇ ਨਾਲ ਗੱਲਾਂ ਕਰਦਾ ਹੈ। ਜੀ ਸੰਗ ਪ੍ਰਭ ਆਪਣਾ ਧਰਤਾ। ਪਰ ਜਿਹੜਾ ਜੀ ਹੈ ਨਾ, ਹਿਰਦਾ ਹੈ, ਉਹ ਪਰਮੇਸ਼ਰ ਦੇ ਚਰਨਾਂ ਵਿੱਚ ਧਰਤਾ ਧਾਰਨ ਕਰਕੇ ਰੱਖਦਾ ਹੈ। ਮਹਾਰਾਜ ਕਹਿੰਦੇ, ਹੈ ਸਾਧੂ, ਸਾਡਾ ਹਿਰਦਾ ਪਰਮੇਸ਼ਰ ਦੇ ਚਰਨਾਂ ਵਿੱਚ ਹਰ ਸਮੇਂ ਧਾਰਨ ਹੋ ਕਰਕੇ ਰਹਿੰਦਾ। ਹਿਰਦਿਓਂ ਪਰਮਾਤਮਾ ਦੇ ਚਰਨਾਂ ਵਿੱਚ ਅਸੀਂ ਜੁੜੇ ਰਹਿੰਦੇ ਹਾਂ। ਇਉਂ ਹੀ ਸਾਧ ਸੰਗਤ ਜੀ, ਬੰਦਗੀਆਂ ਵਾਲੀ ਰੂਹਾਂ ਦਾ ਜੀਵਨ ਹੈ। ਹਰ ਸਮੇਂ ਨਾਮ ਰਸ ਦੇ ਵਿੱਚ ਭਿੱਜੇ ਰਹਿੰਦੇ ਆ ਨਾ, ਉਹ ਬਾਹਰੀ ਮੁਖ ਤੋਂ ਭਾਵੇਂ ਸਾਡੇ ਨਾਲ ਬਚਨ ਬਿਲਾਸ ਵੀ ਕਰਦੇ, ਗੱਲਾਂ ਬਾਤਾਂ ਵੀ ਕਰਦੇ ਆ, ਕੋਈ ਵਿਚਾਰ ਵੀ ਕਰਦੇ ਨੇ, ਪਰ ਹਿਰਦਿਓ ਉਹ ਪਰਮਾਤਮਾ ਦੇ ਚਰਨਾਂ ਵਿੱਚ ਪਿਆਰ ਦੇ ਵਿੱਚ ਭਿੱਜੇ ਰਹਿੰਦੇ ਹਨ। ਹਿਰਦੇ ਕਰਕੇ ਪਰਮਾਤਮਾ ਦੀ ਯਾਦ ਵਿੱਚ ਹੀ ਜੁੜੇ ਰਹਿੰਦੇ ਆ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਆਖ ਰਹੇ ਨੇ, ਜੀ ਸੰਗ ਪ੍ਰਭ ਆਪਣਾ ਧਰਤਾ, ਕਿ ਐਸਾ ਗੁਰਮੁਖਾਂ ਦਾ ਜੀਵਨ ਹਿਰਦੇ ਹੋ ਕਰਕੇ ਕਹਿੰਦੇ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਹਰ ਸਮੇਂ ਜੁੜੇ ਰਹਿੰਦੇ ਹਨ। ਦੀਸ ਆਵਤ ਹੈ ਬਹੁਤ ਪੀਹਾਲਾ। ਫਿਰ ਮਹਾਰਾਜ ਕਹਿੰਦੇ, ਹੈ ਸਾਧੂ, ਸਾਡੇ ਸੁਭਾਅ ਵੱਲ ਦੇਖ ਕਰਕੇ ਤੈਨੂੰ ਬੜਾ ਗੁੱਸਾ ਲੱਗਾ ਕਿ ਅਸੀਂ ਬੜੇ ਗੁੱਸੇ ਸੁਭਾਅ ਵਾਲੇ ਹਾਂ।
ਸਾਨੂੰ ਆਖ ਰਿਹਾ ਕਿ ਤੁਸੀਂ ਮਹਾਰਾਜ ਅੱਗ ਵੀ ਸੇਕ ਲੈਂਦੇ ਹੋ, ਕ੍ਰੋਧ ਵੀ ਧਾਰਨ ਕਰ ਲੈਂਦੇ ਹੋ। ਮਹਾਰਾਜ ਕਹਿੰਦੇ ਦੀਸ ਆਵਤ ਹੈ ਬਹੁਤ ਪਿਹਾਲਾ। ਪਿਹਾਲਾ ਭਾਵ ਬੜੇ ਗੁੱਸੇ ਵਾਲਾ, ਬੜਾ ਭਿਆਨਕ ਜਿਹਾ, ਡਰਾਉਣਾ ਜਿਹਾ ਬੜਾ ਸਰੂਪ ਲੱਗਦਾ ਹੈ। ਸਗਲ ਚਰਨ ਕੀ ਇਹੋ ਮਨ ਰਾਲਾ। ਪਰ ਇਹ ਨਿਸ਼ਚੈ ਕਰਕੇ ਜਾਣ, ਸਾਡਾ ਜਿਹੜਾ ਮਨ ਹੈ ਨਾ, ਸਭ ਸੰਸਾਰ ਭਰ ਦੇ ਸਭ ਜੀਵਾਂ ਦੀ ਰਾਲਾ ਚਰਨ ਧੂੜ ਬਣ ਕੇ ਰਹਿੰਦਾ। ਰਾਲਾ ਨਾਮ ਧੂੜੀ ਦਾ ਹੈ। ਸਾਡਾ ਮਨ ਸਭ ਦੀ ਧੂੜ ਬਣ ਕਰਕੇ ਰਹਿੰਦਾ। ਇੰਨੀ ਨਿਮਰਤਾ ਸਾਡੇ ਹਿਰਦੇ ਅੰਦਰ ਰਹਿੰਦੀ ਹੈ। ਇਕੱਲਾ ਤਨ ਵੱਲ, ਸਾਡੇ ਚਿਹਰੇ ਵੱਲ, ਸਾਡੇ ਬੋਲਾਂ ਦੇ ਵੱਲ ਤੋਂ ਧਿਆਨ ਕਰਕੇ ਕਹੀ ਜਾਂਦਾ ਕਿ ਤੁਸੀਂ ਮਹਾਰਾਜ ਅੱਗ ਵੀ ਸੇਕਦੇ ਹੋ, ਤੁਸੀਂ ਕ੍ਰੋਧ ਨੂੰ ਵੀ ਧਾਰਨ ਕਰਦੇ ਹੋ, ਪਰ ਸਾਡੇ ਹਿਰਦੇ ਅੰਦਰ ਝਾਤ ਮਾਰ ਕਰਕੇ ਦੇਖ, ਸਾਰੀ ਸੰਗਤ ਦੇ ਚਰਨ ਧੂੜ ਬਣ ਕਰਕੇ ਰਹਿੰਦਾ ਹੈ। ਸਭ ਦੇ ਚਰਨਾਂ ਦੀ ਧੂੜ ਹੋ ਕਰਕੇ ਸਾਡਾ ਮਨ ਹਰ ਸਮੇਂ ਰਹਿੰਦਾ ਹੈ। ਨਾਨਕ ਜਨ ਗੁਰ ਪੂਰਾ ਪਾਇਆ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਕਥਨ ਕਰ ਰਹੇ ਹੈ, ਵਾਹਿਗੁਰੂ ਦੇ ਪਿਆਰੇ ਜਨਾਂ ਨੇ ਪੂਰੇ ਪਰਮੇਸ਼ਰ ਨੂੰ ਪਾਇਆ। ਤੇ ਪਾਇਆ ਕਿਵੇਂ? ਗੁਰ ਪੂਰਾ, ਪੂਰੇ ਸਤਿਗੁਰੂ ਜੀ ਦੁਆਰਾ ਹੀ ਪੂਰੇ ਪਰਮੇਸ਼ਰ ਨੂੰ ਪਾਇਆ ਹੈ। ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇੱਥੇ ਕਿਤੇ ਵੀ ਅਧੂਰੇ ਦੀ ਗੱਲ ਨਹੀਂ ਕੀਤੀ। ਪੂਰੇ ਸਤਿਗੁਰੂ ਜੀ ਨੂੰ ਜੀਵਨ ਵਿੱਚ ਧਾਰਨ ਕਰਨਾ, ਪੂਰਾ ਪਰਮੇਸ਼ਰ ਦਾ ਨਾਮ, ਮਹਾਰਾਜ ਸਾਹਿਬ ਜੀ ਦਾ ਨਾਮ ਮੰਤਰ ਪ੍ਰਾਪਤ ਕਰਨਾ, ਪੂਰੇ ਵਾਹਿਗੁਰੂ ਜੀ ਦੇ ਗੁਣ ਗਾ ਕੇ ਪੂਰੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਣੀ, ਐਸਾ ਗੁਰਮੁਖਾਂ ਦਾ ਜੀਵਨ ਹੈ। ਅੰਤਰ ਬਾਹਰ ਏਕ ਦਿਖਾਇਆ। ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਪੂਰੇ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ, ਉਹਨਾਂ ਦੇ ਅੰਤਰ ਹਿਰਦੇ ਵਿੱਚ ਵੀ ਤੇ ਬਾਹਰ ਸੰਸਾਰ ਭਰ ਦੇ ਸਭ ਥਾਵਾਂ ਤੇ ਸਭ ਤਮਾਮ ਜੀਵ ਜੰਤੂਆਂ ਦੇ ਵਿੱਚ ਇੱਕ ਪਰਮੇਸ਼ਰ ਦਿਖਾ ਦਿੱਤਾ ਹੈ। ਅੰਤਰ ਬਾਹਰ ਏਕ ਦਿਖਾਇਆ, ਬਾਹਰ ਭੀਤਰ ਏਕੋ ਜਨ, ਇਹ ਆ ਗੁਰ ਗਿਆਨ ਬਤਾਈ। ਮਹਾਰਾਜ ਕਹਿੰਦੇ ਹਨ, ਕਹੋ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਜਦੋਂ ਤੱਕ ਇਹ ਜੀਵ ਦਾ ਭਰਮ ਨਹੀਂ ਨਾ ਮਿਟਦਾ, ਉਦੋਂ ਤੱਕ ਬਾਹਰ ਸੰਸਾਰ ਭਰ ਦੇ ਵਿੱਚ ਔਰ ਅੰਦਰ ਆਪਣੇ ਹਿਰਦੇ ਦੇ ਭੀਤਰ ਪਰਮਾਤਮਾ ਦਿਸਦਾ ਨਹੀਂ ਹੈ। ਸਤਿਗੁਰੂ ਜੀ ਜਿਨ੍ਹਾਂ ਦੀ ਭਰਮ ਦੀ ਨਿਵਰਤੀ ਕਰ ਦਿੰਦੇ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਸਭ ਸੰਸਾਰ ਭਰ ਦੇ ਬਾਹਰ ਵੀ ਔਰ ਹਿਰਦੇ ਘਰ ਵਿੱਚ ਵੀ ਪਰਮਾਤਮਾ ਦਿਸ ਪੈਂਦਾ ਹੈ। ਅੰਤਰ ਬਾਹਰ ਏਕ ਦਿਖਾਇਆ, ਉਹਨਾਂ ਗੁਰਮੁਖਾਂ ਨੂੰ ਇੱਕ ਵਾਹਿਗੁਰੂ ਜੀ ਦਾ ਸਰੂਪ ਹੀ ਦਿਖਾਇਆ ਹੈ। ਮਹਾਰਾਜ ਕਹਿੰਦੇ ਸਭ ਥਾਵਾਂ ਤੇ ਵਾਹਿਗੁਰੂ ਦਾ ਸਰੂਪ ਹੀ ਉਹਨਾਂ ਨੂੰ ਨਜ਼ਰ ਆਉਂਦਾ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀ ਹੈ। ਇੱਕ ਪਰਮਾਤਮਾ ਹੀ ਸਭ ਥਾਵਾਂ ਤੇ ਨਜ਼ਰ ਆਉਂਦਾ ਹੈ, ਜਿਨ੍ਹਾਂ ਤੇ ਗਰੀਬ ਨਵਾਜ਼ ਸਤਿਗੁਰੂ ਜੀ ਮਿਹਰ ਕਰ ਦਿੰਦੇ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਨ, ਮਹਾਰਾਜ ਰਹਿਮਤ ਕਰ ਦੇਣ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਨਕ ਜਨ ਗੁਰ ਪੂਰਾ ਪਾਇਆ। ਅੰਤਰ ਬਾਹਰ ਏਕ ਦਿਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।